Biological classification. Since the dawn of civilization, there have been many attempts to classify living organisms. ਜਦੋਂ ਦੀ ਸਿਵਲਾਈਜੇਸ਼ਨ ਹੋਈ ਆ ਮਤਲਬ ਜਿਹੜੇ ਔਰਗੈਨਿਜ਼ਮਸ ਜਿਹੜੇ ਹਿਊਮਨ ਬੀਂਗਸ ਨੇ ਉਹ ਫੈਮਲੀਜ਼ ਦੇ ਵਿੱਚ ਰਹਿਣ ਲੱਗ ਪਏ ਨੇ ਹੈ ਨਾ ਆਪਣੀ ਆਪਣੀ ਫੈਮਲੀ ਦਾ ਖਿਆਲ ਰੱਖਣ ਲੱਗਦੇ ਆ ਠੀਕ ਹੈ ਇੱਕ ਜਣਾ ਖਾਣਾ ਵਾ ਲੈ ਕੇ ਆਉਂਦਾ ਖਾਣੇ ਦਾ ਪ੍ਰਬੰਧ ਕਰਦੇ ਆ ਠੀਕ ਹੈ ਬਾਕੀ ਦੇ ਘਰ ਦੇ ਕੰਮ ਕਾਜ ਕਰਦੇ ਨੇ ਹੈ ਨਾ ਅਤੇ ਉਦੋਂ ਦੀ ਕਾਫੀ ਸਾਰੇ ਅਟੈਂਪਟਸ ਹੋਏ ਨੇ ਲਿਵਿੰਗ ਔਰਗੈਨਿਜ਼ਮਸ ਨੂੰ ਕਲਾਸੀਫਾਈ ਕਰਨ ਦੇ ਲਈ It was done instinctively, not using the criteria that were scientific, but born out of a need to use organisms for our own use, for food, shelter and clothing. ਤੇ ਪਰ ਜਿਹੜੇ ਇਹ ਅਟੈਂਪਟ ਸੀਗੇ ਕਲਾਸੀਫਿਕੇਸ਼ਨ ਦੀ ਠੀਕ ਹੈ ਇਹ ਕਿਸੇ ਵੀ ਸਾਇੰਟੀਫਿਕ ਟਰਮਸ ਦੇ ਉੱਪਰ ਇਹ ਕਲਾਸੀਫਿਕੇਸ਼ਨ ਨਹੀਂ ਕੀਤੀ ਗਈ ਸੀ ਠੀਕ ਹੈ ਬਟ ਆਪਣੇ ਖੁਦ ਦੀ ਯੂਜ਼ ਦੀ ਖਾਤਰ ਇਹ ਕਲਾਸੀਫਿਕੇਸ਼ਨ ਕੀਤੀ ਗਈ ਸੀ ਫੂਡ ਸ਼ੈਲਟਰ ਅਤੇ ਕਲੋਥਿੰਗ ਠੀਕ ਹੈ ਇਹਨਾਂ ਆਪਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਆਪਾਂ ਅਲੱਗ-ਅਲੱਗ ਔਰਗੈਨਿਜ਼ਮਸ ਨੂੰ ਕਲਾਸੀਫਾਈ ਕੀਤਾ ਸੀਗਾ ਕਿ ਕਿਹੜਾ ਔਰਗੈਨਿਜ਼ਮ ਆਪਾਂ ਨੂੰ ਕਿਸ ਚੀਜ਼ ਪ੍ਰੋਵਾਈਡ ਕਰ ਸਕਦਾ ਹੈ ਨਾ ਕਿਹੜੀ ਚੀਜ਼ ਆਪਾਂ ਕਿਸ ਔਰਗੈਨਿਜ਼ਮਸ ਤੋਂ ਲੈ ਸਕਦੇ ਹਾਂ ਅਰਿਸਟੋਟਲ ਵਾਸ ਦ ਅਰਲੀਐਸਟ ਟੂ ਅਟੈਂਪਟ ਅ ਮੋਰ ਸਾਇੰਟੀਫਿਕ ਬੇਸਿਸ ਫॉर ਕਲਾਸੀਫਿਕੇਸ਼ਨ ਸਭ ਤੋਂ ਪਹਿਲਾਂ ਅਰਿਸਟੋਟਲ ਨੇ ਇੱਕ ਸਾਇੰਟੀਫਿਕ ਬੇਸਿਸ ਦੇ ਉੱਪਰ ਕਲਾਸੀਫਿਕੇਸ਼ਨ ਕੀਤੀ ਸੀ ਕਿਉਂਕਿ ਇਹਨੇ ਸਭ ਤੋਂ ਪਹਿਲਾਂ ਕਲਾਸੀਫਿਕੇਸ਼ਨ ਕੀਤੀ ਸਾਇੰਟੀਫਿਕ ਬੇਸਿਸ ਦੇ ਉੱਪਰ ਤਾਂ ਕਰਕੇ ਅਰਿਸਟੋਟਲ ਨੂੰ ਫਾਦਰ ਆਫ ਬਾਇਓਲੋਜੀ ਵੀ ਕਿਹਾ ਜਾਂਦਾ ਐਂਡ ਫਾਦਰ ਆਫ ਜ਼ੂਲੋਜੀ and embryology ਇਹ ਵੀ ਅਰਿਸਟੋਟਲ ਹੀ ਆ ਓਕੇ he used simple morphological characters to classify plants into trees, shrubs and herbs ਠੀਕ ਹੈ ਪਲਾਂਟਸ ਨੂੰ ਟਰੀ ਸ਼ਰਬਸ ਅਤੇ ਹਰਬਸ ਦੇ ਵਿੱਚ ਕਲਾਸੀਫਾਈ ਕੀਤਾ ਸੀਗਾ ਸਿੰਪਲ ਮੋਰਫੋਲੋਜੀਕਲ ਕਰੈਕਟਰਸ ਦੇ ਬੇਸਿਸ ਦੇ ਉੱਪਰ ਇਹ ਕੁਐਸਚਨ ਆ ਸਕਦਾ ਕਿ ਅਰਿਸਟੋਟਲ ਨੇ ਪਲਾਂਟਸ ਦੀ ਕਲਾਸੀਫਿਕੇਸ਼ਨ ਕਿਸ ਦੇ ਬੇਸਿਸ ਦੇ ਉੱਪਰ ਕੀਤੀ ਸੀ ਸਿੰਪਲ ਮੋਰਫੋਲੋਜੀਕਲ ਕਰੈਕਟਰਸ ਦੇ ਬੇਸਿਸ ਦੇ ਉੱਪਰ he also divided animals into two groups those which had red blood and those that did not and animals ਨੂੰ ਵੀ ਇਹਨੇ ਦੋ ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਸੀਗਾ ਇੱਕ ਜਿਨ੍ਹਾਂ ਦੇ ਕੋਲ ਰੈੱਡ ਬਲੱਡ ਹੁੰਦਾ ਦੂਜਾ ਜਿਨ੍ਹਾਂ ਕੋਲ ਨਹੀਂ ਹੁੰਦਾ ਜਿਨ੍ਹਾਂ ਕੋਲ ਰੈੱਡ ਬਲੱਡ ਹੁੰਦਾ ਠੀਕ ਹੈ ਸੀਗਾ ਉਹਨਾਂ ਨੂੰ ਉਹਨੇ ਈਨਾਈਮਾ ਦੇ ਵਿੱਚ ਪਾਇਆ ਸੀ ਉਹਨਾਂ ਨੂੰ ਈਨਾਈਮਾ ਦਾ ਨਾਮ ਦਿੱਤਾ ਸੀ ਅਤੇ ਜਿਨ੍ਹਾਂ ਕੋਲ ਰੈੱਡ ਬਲੱਡ ਨਹੀਂ ਸੀਗਾ ਉਹਨਾਂ ਨੂੰ ਉਹਨੇ ਏਨਾਈਮਾ ਦਾ ਨਾਮ ਦਿੱਤਾ ਸੀਗਾ ਓਕੇ In Linnaeus' time, a two-kingdom system of classification with Plantae and Animalia kingdoms was developed that included plants and animals respectively. Aristotle ਨੇ ਤਾਂ ਕਲਾਸੀਫਿਕੇਸ਼ਨ ਕੀਤੀ ਸੀ ਪਲਾਂਟਸ ਨੂੰ ਉਹਨੇ ਟਰੀ ਸ਼ਰਬਸ ਅਤੇ ਹਰਬਸ ਦੇ ਵਿੱਚ ਕਲਾਸੀਫਾਈ ਕੀਤਾ ਸੀ ਸਿੰਪਲ ਮੋਰਫੋਲੋਜੀਕਲ ਕਰੈਕਟਰਸ ਦੇ ਬੇਸਿਸ ਦੇ ਉੱਪਰ ਐਂਡ ਐਨੀਮਲਸ ਨੂੰ ਉਹਨੇ ਦੋ ਗਰੁੱਪਸ ਦੇ ਵਿੱਚ ਕਲਾਸੀਫਾਈ ਕੀਤਾ ਸੀ ਈਨਾਈਮਾ ਐਂਡ ਏਨਾਈਮਾ ਜਿਨ੍ਹਾਂ ਕੋਲ ਰੈੱਡ ਬਲੱਡ ਸੀ ਉਹਨਾਂ ਨੂੰ ਈਨਾਈਮਾ ਦੇ ਵਿੱਚ ਜਿਨ੍ਹਾਂ ਕੋਲ ਨਹੀਂ ਸੀ ਉਹਨਾਂ ਨੂੰ ਏਨਾਈਮਾ ਦੇ ਵਿੱਚ ਅਤੇ ਲੀਨੀਅਸ ਨੇ ਵੀ ਆ ਲੀਨੀਅਸ ਨੇ ਸਾਰੇ ਔਰਗੈਨਿਜ਼ਮਸ ਨੂੰ ਦੋ ਕਿੰਗਡਮਸ ਦੇ ਵਿੱਚ ਕਲਾਸੀਫਾਈ ਕੀਤਾ ਸੀਗਾ ਇੱਕ ਪਲਾਂਟੇ ਅਤੇ ਦੂਜੀ ਐਨੀਮੀਲੀਆ ਠੀਕ ਹੈ ਪਲਾਂਟੇ ਕਿੰਗਡਮ ਦੇ ਵਿੱਚ ਸਾਰੇ ਪਲਾਂਟਸ ਸੀਗੇ ਅਤੇ ਐਨੀਮੀਲੀਆ ਕਿੰਗਡਮ ਦੇ ਵਿੱਚ ਸਾਰੇ ਐਨੀਮਲਸ ਨੂੰ ਪਾਇਆ ਗਿਆ ਸੀ ਦਿਸ ਸਿਸਟਮ ਡਿਡ ਨਾਟ ਡਿਸਟਿੰਗੁਇਸ਼ ਬਿਟਵੀਨ ਇਹਦੀ ਕੁਛ ਲਿਮਿਟੇਸ਼ਨ ਸੀਗੀਆਂ ਠੀਕ ਹੈ ਕੁਛ ਨਹੀਂ ਬਹੁਤ ਸਾਰੀ ਲਿਮਿਟੇਸ਼ਨ ਬਹੁਤ ਸਾਰੇ ਡਰਾਬੈਕ ਸੀਗੇ ਇੱਕ ਤਾਂ ਇਹ ਕਿ ਯੂਕਰੀਓਟਸ ਅਤੇ ਪ੍ਰੋਕਰੀਓਟਸ ਦੇ ਵਿੱਚ ਡਿਸਟਿੰਗੁਇਸ਼ ਨਹੀਂ ਕਰ ਰਿਹਾ ਸੀ ਕਿਉਂਕਿ ਇਹਨੇ ਯੂਕਰੀਓਟਿਕ ਅਤੇ ਪ੍ਰੋਕਰੀਓਟਿਕ ਔਰਗੈਨਿਜ਼ਮਸ ਨੂੰ ਸੇਮ ਹੀ ਕਿੰਗਡਮ ਦੇ ਵਿੱਚ ਪਾ ਦਿੱਤਾ ਸੀਗਾ ਇਹ ਯੂਨੀਸੈਲੂਲਰ ਅਤੇ ਮਲਟੀ ਸੈਲੂਲਰ ਔਰਗੈਨਿਜ਼ਮਸ ਦੇ ਵਿੱਚ ਵੀ ਡਿਸਟਿੰਗੁਇਸ਼ ਨਹੀਂ ਕਰ ਰਿਹਾ ਸੀਗਾ ਕਿਉਂਕਿ ਇਹਨੇ ਇਹਨਾਂ ਔਰਗੈਨਿਜ਼ਮਸ ਨੂੰ ਵੀ ਸੇਮ ਕਿੰਗਡਮ ਦੇ ਵਿੱਚ ਪਾਤਾ ਸੀ ਅਤੇ ਫੋਟੋਸਿੰਥੈਟਿਕ ਔਰਗੈਨਿਜ਼ਮ ਜਿੱਦਾਂ ਕਿ ਗ੍ਰੀਨ ਐਲਗੇ ਹੋ ਗਏ ਆਰ ਨੋਨ ਫੋਟੋਸਿੰਥੈਟਿਕ ਜਿੱਦਾਂ ਕਿ ਫੰਜਾਈ ਹੋ ਗਏ ਇਹਨਾਂ ਸਾਰਿਆਂ ਨੂੰ ਵੀ ਇਹਨੇ ਸੇਮ ਕਿੰਗਡਮ ਦੇ ਵਿੱਚ ਪਾਤਾ ਸੀਗਾ ਅਤੇ ਇਹ ਲਿਮਿਟੇਸ਼ਨਸ ਨਾ ਜ਼ਿਆਦਾਤਰ ਲਿਮਿਟੇਸ਼ਨਸ ਪਲਾਂਟੇ ਕਿੰਗਡਮ ਦੇ ਵਿੱਚ ਹੀ ਦੇਖੀਆਂ ਗਈਆਂ ਸੀਗੀਆਂ ਠੀਕ ਹੈ ਪਲਾਂਟੇ ਕਿੰਗਡਮ ਦੇ ਵਿੱਚ ਯੂਕਰੀਓਟਸ ਅਤੇ ਪ੍ਰੋਕਰੀਓਟਸ ਇਕੱਠੇ ਪਾਏ ਹੋਏ ਸੀ ਯੂਨੀਸੈਲੂਲਰ ਅਤੇ ਮਲਟੀ ਸੈਲੂਲਰ ਇਕੱਠੇ ਪਾਏ ਹੋਏ ਸੀ ਐਂਡ ਫੋਟੋਸਿੰਥੈਟਿਕ ਅਤੇ ਨੋਨ ਫੋਟੋਸਿੰਥੈਟਿਕ ਜਿਹੜੇ ਸੀ ਉਹ ਇਕੱਠੇ ਪਾਏ ਹੋਏ ਸੀਗੇ ਕਿਉਂਕਿ ਉਹਨੇ ਕਲਾਸੀਫਿਕੇਸ਼ਨ ਇਹਦੇ ਬੇਸਿਸ ਦੇ ਉੱਪਰ ਕੀਤੀ ਸੀ ਕਿ ਜਿਹਦੇ ਕੋਲ ਸੈੱਲ ਵੋਲ ਹੈਗੀ ਸੀ ਉਹਨਾਂ ਸਾਰੇ ਔਰਗੈਨਿਜ਼ਮਸ ਨੂੰ ਪਲਾਂਟਸ ਦੇ ਵਿੱਚ ਪਾਤਾ ਸੀਗਾ ਐਂਡ ਜਿਹਦੇ ਕੋਲ ਸੈੱਲ ਵੋਲ ਨਹੀਂ ਸੀਗੀ ਉਹਨਾਂ ਸਾਰੇ ਔਰਗੈਨਿਜ਼ਮਸ ਨੂੰ ਐਨੀਮੀਲੀਆ ਦੇ ਵਿੱਚ ਪਾਇਆ ਸੀਗਾ ਉਦੋਂ ਬੇਸਿਸ ਆਫ ਕਲਾਸੀਫਿਕੇਸ਼ਨ ਉਹਨੇ ਸੈੱਲ ਵੋਲ ਦੇ ਬੇਸਿਸ ਦੇ ਉੱਪਰ ਕੀਤੀ ਸੀ ਰਾਈਟ ਕਲਾਸੀਫਿਕੇਸ਼ਨ ਆਫ ਔਰਗੈਨਿਜ਼ਮਸ ਇਨਟੂ ਪਲਾਂਟਸ ਐਂਡ ਐਨੀਮਲਸ ਵਾਸ ਈਜ਼ੀਲੀ ਡਨ ਐਂਡ ਵਾਸ ਈਜ਼ੀ ਟੂ ਅੰਡਰਸਟੈਂਡ ਇਹ ਆਸਾਨੀ ਨਾਲ ਹੋ ਗਈ ਸੀ ਠੀਕ ਹੈ ਆਸਾਨੀ ਨਾਲ ਇਹ ਕਲਾਸੀਫਿਕੇਸ਼ਨ ਹੋ ਗਈ ਸੀ ਅਤੇ ਇਹਨੂੰ ਸਮਝਣਾ ਵੀ ਕੀ ਆ ਉਹ ਬਹੁਤ ਸੌਖਾ ਸੀਗਾ ਬਟ ਕਾਫੀ ਸਾਰੇ ਔਰਗੈਨਿਜ਼ਮਸ ਜਿਹੜੇ ਆ ਕਿਸੇ ਵੀ ਕੈਟੇਗਰੀ ਦੇ ਵਿੱਚ ਨਹੀਂ ਆ ਰਹੇ ਸੀ ਕਿਸੇ ਵੀ ਕੈਟੇਗਰੀ ਦੇ ਵਿੱਚ ਕਿਉਂ ਨਹੀਂ ਆ ਰਹੀ ਸੀ ਜਿੱਦਾਂ ਕਿ ਤੁਸੀਂ ਪ੍ਰੋਟਿਸਟਾਸ ਦੀ ਗੱਲ ਕਰ ਰਹੇ ਹੋ ਹੈ ਨਾ ਕਈ ਪ੍ਰੋਟਿਸਟਾ ਕੋਲ ਸੈੱਲ ਵੋਲ ਹੁੰਦੀ ਆ ਕਈਆਂ ਕੋਲ ਨਹੀਂ ਹੁੰਦੀ ਹੈ ਨਾ ਜੇ ਕੋਈ ਪ੍ਰੋਟਿਸਟਾ ਉਹਦੇ ਕੋਲ
ਸੈਲਵੋਲ ਹੈਗੀ ਆ, ਬਟ ਬਾਕੀ ਸਾਰੇ ਫੀਚਰਸ ਉਹ ਐਨੀਮਲਸ ਵਾਂਗੂ ਸ਼ੋ ਕਰ ਰਹੇ ਨੇ, ਤਾਂ ਆਪਾਂ ਉਹਨੂੰ ਨਾ ਪਲਾਂਟ ਦੇ ਵਿੱਚ ਪਾਉਣ ਜੋਗੇ ਨਾ ਉਹਨੂੰ ਐਨੀਮਲ ਦੇ ਵਿੱਚ ਪਾਉਣ ਜੋਗੇ ਹੈ ਨਾ। ਇਸ ਕਰਕੇ ਕਾਫੀ ਸਾਰੇ ਔਰਗੈਨਿਜ਼ਮਸ ਨੂੰ ਕੋਈ ਵੀ ਕੈਟੇਗਰੀ ਨਹੀਂ, ਕਿਸੇ ਵੀ ਕੈਟੇਗਰੀ ਦੇ ਹਿਸਾਬ ਨਾਲ ਸਹੀ ਨਹੀਂ ਬਣ ਰਹੀ ਸੀ। ਹੈਂਸ ਦ ਟੂ ਕਿੰਗਡਮ ਕਲਾਸੀਫਿਕੇਸ਼ਨ ਯੂਜ਼ ਫॉर ਅ ਲੌਂਗ ਟਾਈਮ ਵਾਸ ਫਾਊਂਡ ਇਨਐਡਿਕੁਏਟ। ਤਾਂ ਕਰਕੇ ਜਿਹੜੀ ਦੋ ਕਿੰਗਡਮ ਕਲਾਸੀਫਿਕੇਸ਼ਨ ਸੀਗੀ, ਅਤੇ ਇਹ ਟੂ ਕਿੰਗਡਮ ਕਲਾਸੀਫਿਕੇਸ਼ਨ ਕਾਫੀ ਲੰਬੇ ਸਮੇਂ ਤੱਕ ਚੱਲੀ ਸੀ, ਕਾਫੀ ਲੰਬੇ ਸਮੇਂ ਦੇ ਬਾਅਦ ਇਹਦੇ ਵਿੱਚ ਰਿਫੋਰਮ ਆਇਆ ਸੀਗਾ। ਠੀਕ ਹੈ, ਹਾਲਾਂਕਿ ਬਹੁਤ ਗਲਤ ਸੀਗੀ, ਠੀਕ ਹੈ, ਕਿਉਂਕਿ ਇਹਦੇ ਬਹੁਤ ਸਾਰੇ ਲਿਮਿਟੇਸ਼ਨ ਸੀਗੇ, ਪਰ ਫਿਰ ਵੀ ਕਾਫੀ ਲੰਬੇ ਸਮੇਂ ਤੱਕ ਚੱਲੀ ਸੀ। ਕਿੰਨਾ ਲੰਬਾ ਸਮਾਂ? ਟੋਟਲ 108 ਈਅਰਸ ਕੈਰੋਲਸ ਲੀਨੀਅਸ ਦੇ ਦੁਆਰਾ ਪ੍ਰੋਵਾਈਡ ਕੀਤੀ ਗਈ ਟੂ ਕਿੰਗਡਮ ਕਲਾਸੀਫਿਕੇਸ਼ਨ ਹੀ ਚੱਲੀ ਸੀ। 108 ਈਅਰਸ ਕਿਉਂ? ਇਹ ਦੇਖੋ, ਸਭ ਤੋਂ ਪਹਿਲਾਂ ਕੈਰੋਲਸ ਲੀਨੀਅਸ ਨੇ ਟੂ ਕਿੰਗਡਮ ਕਲਾਸੀਫਿਕੇਸ਼ਨ ਦਿੱਤੀ। ਕੈਰੋਲਸ ਲੀਨੀਅਸ ਇਹ ਕਲਾਸੀਫਿਕੇਸ਼ਨ ਟੂ ਕਿੰਗਡਮ ਕਲਾਸੀਫਿਕੇਸ਼ਨ ਕੈਰੋਲਸ ਲੀਨੀਅਸ ਦੇ ਦੁਆਰਾ ਕਦੋਂ ਦਿੱਤੀ ਗਈ ਸੀ? 1758 ਦੇ ਵਿੱਚ ਕੈਰੋਲਸ ਲੀਨੀਅਸ ਨੇ ਟੂ ਕਿੰਗਡਮ ਕਲਾਸੀਫਿਕੇਸ਼ਨ ਦਿੱਤੀ। ਉਹ ਤੋਂ ਬਾਅਦ ਅਰਨਸਟ ਹੈਕਲ ਨੇ ਇਹਦੇ ਵਿੱਚ ਰਿਫੋਰਮ ਲਿਆਇਆ। ਉਹਨੇ ਇੱਕ ਹੋਰ ਕਿੰਗਡਮ ਕ੍ਰੀਏਟ ਕੀਤਾ, ਪ੍ਰੋਟਿਸਟਾ, ਅਤੇ ਪ੍ਰੋਟਿਸਟਾ ਦੇ ਵਿੱਚ ਉਹਨੇ ਸਾਰੇ ਯੂਕੈਰੀਓਟਿਕ ਯੂਨੀਸੈਲੂਲਰ ਆਰਗੈਨਿਜ਼ਮਸ ਨੂੰ ਪਾਇਆ, ਅਤੇ ਇਹ ਉਹਨੇ ਦਿੱਤਾ ਸੀਗਾ 1866 ਦੇ ਵਿੱਚ। 1866 ਦੇ ਵਿੱਚ। ਤਾਂ ਫਿਰ ਇਹ ਕਿੰਨਾ ਸਾਲ ਰਿਹਾ? ਕੈਰੋਲਸ ਲੀਨੀਅਸ ਦੀ ਕਲਾਸੀਫਿਕੇਸ਼ਨ 108 ਈਅਰਸ ਕੈਰੋਲਸ ਲੀਨੀਅਸ ਦੀ ਕਲਾਸੀਫਿਕੇਸ਼ਨ ਚੱਲੀ ਆ। ਹੁਣ ਜੇ ਆਪਾਂ ਅਰਨਸਟ ਹੈਕਲ ਤੋਂ ਬਾਅਦ ਦੇਖੀਏ, ਕਿਉਂਕਿ ਹਾਂ ਪ੍ਰੈਜ਼ੈਂਟਲੀ 5 ਕਿੰਗਡਮਸ ਨੇ ਨਾ, ਤਾਂ ਹੋਰ ਆਪਾਂ ਅੱਗੇ ਦੇਖੀਏ। ਅਰਨਸਟ ਹੈਕਲ ਤੋਂ ਬਾਅਦ ਆਏ ਕੋਪਲੈਂਡ ਨੇ ਜਿਹੜੀ ਕਲਾਸੀਫਿਕੇਸ਼ਨ ਸੀਗੀ ਉਹ ਦਿੱਤੀ ਸੀਗੀ 1956 ਦੇ ਵਿੱਚ। ਉਹਨੇ ਇੱਕ ਹੋਰ ਕਿੰਗਡਮ ਕ੍ਰੀਏਟ ਕੀਤਾ, ਮੋਨੇਰਾ, ਅਤੇ ਮੋਨੇਰਾ ਦੇ ਵਿੱਚ ਸਾਰੇ ਪ੍ਰੋਕੈਰੀਓਟਿਕ ਆਰਗੈਨਿਜ਼ਮਸ ਨੂੰ ਪਾਇਆ ਗਿਆ ਸੀਗਾ। ਓਕੇ, ਐਂਡ ਕੋਪਲੈਂਡ ਤੋਂ ਬਾਅਦ ਆਏ RH ਵਿਟੇਕਰ, ਜਿਨ੍ਹਾਂ ਦੀ ਕਲਾਸੀਫਿਕੇਸ਼ਨ ਆਪਾਂ ਅੱਜ ਪੜ੍ਹਨੀ ਆ ਇਸ ਚੈਪਟਰ ਦੇ ਵਿੱਚ, ਠੀਕ ਹੈ, ਐਂਡ ਸਬਸੀਕੁਐਂਟ ਕਲਾਸਿਸ ਦੇ ਵਿੱਚ। RH ਵਿਟੇਕਰ ਨੇ ਕਲਾਸੀਫਿਕੇਸ਼ਨ ਦਿੱਤੀ ਸੀ 1969 ਦੇ ਵਿੱਚ, ਅਤੇ ਇਸ ਚੈਪਟਰ ਦੇ ਵਿੱਚ ਅਤੇ ਅਗਲੇ ਦੋ ਚੈਪਟਰਾਂ ਦੇ ਵਿੱਚ ਮੇਨਲੀ ਆਪਾਂ RH ਵਿਟੇਕਰ ਦੀ ਕਲਾਸੀਫਿਕੇਸ਼ਨ ਹੀ ਪੜ੍ਹਦੇ ਹਾਂ। ਮਤਲਬ ਆਪਾਂ ਨੂੰ ਸਿਲੇਬਸ ਦੇ ਵਿੱਚ RH ਵਿਟੇਕਰ ਦੀ ਹੀ ਕਲਾਸੀਫਿਕੇਸ਼ਨ ਆ। ਸੋ ਇਹ ਦਿੱਤੀ ਗਈ 1969 ਦੇ ਵਿੱਚ, ਅਤੇ ਇਹਨੇ 5 ਕਿੰਗਡਮ ਦੇ ਸੀ, ਮੋਨੇਰਾ, ਪ੍ਰੋਟਿਸਟਾ, ਫੰਜਾਈ, ਐਨੀਮੀਲੀਆ, ਪਲਾਂਟੇ। ਓਕੇ, ਮਤਲਬ ਇਹਨੇ ਇੱਕ ਨਵਾਂ ਕਿੰਗਡਮ ਹੋਰ ਬਣਾਇਆ, ਫੰਜਾਈ। ਠੀਕ ਹੈ। Besides gross morphology, a need was also felt for including other characteristics like cell structure, nature of wall, mode of nutrition, habitat, methods of reproduction, evolutionary relationships, etc. ਪਹਿਲਾਂ ਕੀ ਆ, ਕਲਾਸੀਫਿਕੇਸ਼ਨ ਦੇ ਵਿੱਚ ਸਿਰਫ ਗ੍ਰੋਸ ਮੋਰਫੋਲੋਜੀ ਦੇਖੀ ਜਾਂਦੀ ਸੀ, ਮਤਲਬ ਬਾਹਰਲੇ ਜਿਹੜੇ ਓਬਜ਼ਰਵੇਬਲ ਕਰੈਕਟਰ ਸੀਗੇ ਉਹੀ ਦੇਖੇ ਜਾਂਦੇ ਸੀਗੇ, ਪਰ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਆਪਾਂ ਨੂੰ ਲੋੜ ਮਹਿਸੂਸ ਹੋਈ, ਅਤੇ ਇਹ ਲੋੜ ਮਹਿਸੂਸ ਹੋਈ ਆਪਣੀ ਇੰਪਰੂਵਮੈਂਟ, ਆਪਣੀ ਅੰਡਰਸਟੈਂਡਿੰਗ ਦੇ ਵਿੱਚ ਇੰਪਰੂਵਮੈਂਟ ਹੋਣ ਕਰਕੇ, ਅਤੇ ਆਪਾਂ ਨੂੰ ਲੱਗਿਆ ਕਿ ਆਪਾਂ ਨੂੰ ਹੋਰ ਵੀ ਕਰੈਕਟਰਿਸਟਿਕਸ ਇੰਕਲੂਡ ਕਰਨੇ ਚਾਹੀਦੇ ਨੇ, ਜਿੱਦਾਂ ਕਿ ਸੈੱਲ ਦਾ ਸਟਰਕਚਰ ਹੋ ਗਿਆ ਹੈ ਨਾ, ਵਾਲ ਦਾ ਨੇਚਰ ਹੋ ਗਿਆ, ਵਾਲ ਕਾਹਦੀ ਬਣੀ ਹੋਈ ਹੈ ਵੀ ਕਿ ਨਹੀਂ ਹੈਗੀ ਹੈ ਨਾ, ਫਿਰ ਕਾਹਦੀ ਕੰਪੋਜੀਸ਼ਨ ਕੀ ਆ ਉਹਦੀ, ਮੋਡ ਆਫ ਨਿਊਟ੍ਰੀਸ਼ਨ, ਆਟੋਟ੍ਰੋਫਿਕ ਆ, ਹੈਟਰੋਟ੍ਰੋਫਿਕ ਆ, ਆਟੋਟ੍ਰੋਫਿਕ ਦੇ ਵਿੱਚ ਕੀ ਆ, ਫੋਟੋਸਿੰਥੈਟਿਕ ਆਟੋਟ੍ਰੋਫਿਕ ਹੈ ਕਿ ਸਿੰਥੈਟਿਕ ਆਟੋਟ੍ਰੋਫਿਕ ਹੈ, ਹੈਟਰੋਟ੍ਰੋਫਿਕ ਦੇ ਵਿੱਚ ਕੀ ਆ, ਸੈਪਰੋਬਾਇਟਿਕ ਆ, ਪੈਰਾਸਾਈਟਿਕ ਆ, ਹੋਲੋਜ਼ੋਇਕ ਆ, ਰਾਈਟ। ਐਂਡ ਹੈਬਿਟੈਟ, ਕਿੱਦਾਂ ਦੇ ਹੈਬਿਟੈਟ ਦੇ ਵਿੱਚ ਆਰਗੈਨਿਜ਼ਮ ਪਾਏ ਜਾਂਦੇ, ਟੈਰੇਸਟਰੀਅਲ ਆ ਕਿ ਇਕੁਇਟਿਕ ਆ, ਮੋਇਸਟ ਹਿਊਮਿਡ ਕਲਾਈਮੇਟਸ ਦੇ ਵਿੱਚ ਮਿਲਦਾ, ਕੋਲਡ ਕਲਾਈਮੇਟਸ ਦੇ ਵਿੱਚ ਮਿਲਦਾ, ਅਤੇ ਮੈਥਡਸ ਆਫ ਰੀਪਰੋਡਕਸ਼ਨ, ਠੀਕ ਹੈ, ਇਹ ਸੈਕਸ਼ੁਅਲ ਰੀਪਰੋਡਕਸ਼ਨ ਕਰਦਾ ਕਿ ਵੈਜੀਟੇਟਿਵ ਕਰਦਾ ਕਿ ਸੈਕਸ਼ੁਅਲ ਕਰਦਾ ਕਿ ਸਾਰੇ ਕਰਦਾ, ਫਿਰ ਇਹ ਸੈਕਸ਼ੁਅਲ ਦੇ ਵਿੱਚ ਕੀ ਕਰਦਾ, ਬਡਿੰਗ ਕਰਦਾ, ਫਰੈਗਮੈਂਟੇਸ਼ਨ ਕਰਦਾ, ਇਹ ਸੈਕਸ਼ੁਅਲ ਸਪੋਰਸ ਦੇ ਨਾਲ ਕਰਦਾ, ਅਤੇ ਇਹ ਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ ਕੀ ਕਰਦਾ, ਅਨਾਈਸੋਗੈਮੀ ਪਰਫੋਰਮ ਕਰਦਾ, ਆਈਸੋਗੈਮੀ ਕਰਦਾ ਕਿ ਓਗੈਮੀ ਪਰਫੋਰਮ ਕਰਦਾ, ਰਾਈਟ। ਇਹ ਸਾਰੀ ਅੰਡਰਸਟੈਂਡਿੰਗ ਆਪਾਂ ਨੂੰ ਹੌਲੀ ਹੌਲੀ ਇਹ ਸਭ ਚੀਜ਼ਾਂ ਅੰਡਰਸਟੈਂਡ ਹੋਈਆਂ, ਅਤੇ ਇਸ ਕਰਕੇ ਹੌਲੀ ਹੌਲੀ ਅੱਗੇ ਰਿਫੋਰਮ ਹੁੰਦੇ ਗਏ। ਐਵੋਲਿਊਸ਼ਨਰੀ ਰਿਲੇਸ਼ਨਸ਼ਿਪ, ਮਤਲਬ ਆਰਗੈਨਿਜ਼ਮਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਆ, ਹੈ ਨਾ, ਫਾਇਲੋਜੈਨੇਟਿਕ ਰਿਲੇਸ਼ਨਸ਼ਿਪ ਕੀ, ਮਤਲਬ ਉਹ ਆਪਸ ਦੇ ਵਿੱਚ ਕਿਸ ਤਰ੍ਹਾਂ ਰਿਲੇਟਡ ਨੇ, ਇੱਕ ਆਰਗੈਨਿਜ਼ਮ ਕਿਹੜੇ ਦੂਜੇ ਆਰਗੈਨਿਜ਼ਮ ਤੋਂ ਬਣੇ, ਅਤੇ ਕਿਹੜੇ ਅਲੱਗ-ਅਲੱਗ ਆਰਗੈਨਿਜ਼ਮ ਸੇਮ ਆਰਗੈਨਿਜ਼ਮ ਤੋਂ ਬਣੇ ਹੋਏ ਨੇ, ਠੀਕ ਹੈ, ਉਹਨਾਂ ਦਾ ਕਾਮਨ ਐਂਸੈਸਟਰ ਹੈਗਾ। ਕਲਾਸੀਫਿਕੇਸ਼ਨ ਸਿਸਟਮ ਫॉर ਦ ਲਿਵਿੰਗ ਆਰਗੈਨਿਜ਼ਮ ਹੈਵ ਹੈਂਸ ਅੰਡਰਗੋਨ ਸੈਵਰਲ ਚੇਂਜਿਸ ਓਵਰ ਦ ਟਾਈਮ, ਅਤੇ ਇਹਨਾਂ ਅੰਡਰਸਟੈਂਡਿੰਗਸ ਦੇ ਕਰਕੇ, ਠੀਕ ਹੈ, ਅੰਡਰਸਟੈਂਡਿੰਗਸ ਦੇ ਵਿੱਚ ਇੰਪਰੂਵਮੈਂਟ ਆਉਣ ਕਰਕੇ ਜਿਹੜੇ ਕਲਾਸੀਫਿਕੇਸ਼ਨ ਸਿਸਟਮ ਸੀਗੇ ਲਿਵਿੰਗ ਆਰਗੈਨਿਜ਼ਮਸ ਦੇ, ਉਹਨਾਂ ਦੇ ਵਿੱਚ ਬਹੁਤ ਸਾਰੇ ਚੇਂਜਸ ਆਏ ਟਾਈਮ ਦੇ ਨਾਲ, ਅਤੇ ਆਲਰੇਡੀ ਮੈਂ ਕਾਫੀ ਚੇਂਜਸ ਤੁਹਾਨੂੰ ਦੱਸ ਚੁੱਕੀ ਹਾਂ। ਤੋ ਪਲਾਂਟ ਐਂਡ ਐਨੀਮਲ ਕਾਫੀ ਚੇਂਜਸ, ਮਤਲਬ ਪਹਿਲਾਂ ਮੈਂ ਤੁਹਾਨੂੰ ਦੱਸਿਆ ਕੈਰੋਲਸ ਲੀਨੀਅਸ, ਫਿਰ ਅਰਨਸਟ ਹੈਕਲ, ਫਿਰ ਕੋਪਲੈਂਡ, RH ਵਿਟੇਕਰ, ਉਹਦੇ ਬਾਅਦ ਕਾਰਲ ਬੂਸ ਵੀ ਆਏ, ਗ੍ਰੇ ਐਂਡ ਡੂਲਿਟਲ ਵੀ ਆਏ ਸੀ। ਓਕੇ,
ਦੋ ਪਲਾਂਟ ਐਂਡ ਐਨੀਮਲ ਕਿੰਗਡਮਸ ਹੈਵ ਬੀਨ ਅ ਕਨਸਟੈਂਟ ਅੰਡਰ ਆਲ ਡਿਫਰੈਂਟ ਸਿਸਟਮਸ। ਹੁਣ ਦੇਖੋ ਆਪਾਂ ਨੇ ਕਾਰਲੋਸ ਲੀਨੀਅਸ ਨੇ ਵੀ ਪਲਾਂਟ ਤੇ ਐਨੀਮਲ ਕਿੰਗਡਮ ਦਿੱਤੇ, ਐਂਡ ਤੇ R.H. ਵਿਟੇਕਰ ਦੇ ਦੁਆਰਾ ਜਿਹੜਾ 5 ਕਿੰਗਡਮ ਕਲਾਸੀਫਿਕੇਸ਼ਨ ਦਿੱਤੀ ਗਈ ਸੀ ਉਹਦੇ ਵਿੱਚ ਵੀ ਪਲਾਂਟ ਕਿੰਗਡਮ ਤੇ ਐਨੀਮਲ ਕਿੰਗਡਮ ਪ੍ਰੈਜ਼ੈਂਟ ਨੇ। ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਲਾਂਟ ਤੇ ਐਨੀਮਲ ਕਿੰਗਡਮ ਜਿਹੜੇ ਨੇ ਉਹ ਕੌਨਸਟੈਂਟ ਰਹੇ ਨੇ, ਬਟ ਉਹਨਾਂ ਦੇ ਵਿੱਚ ਪਾਏ ਜਾਣ ਵਾਲੇ ਆਰਗੈਨਿਜ਼ਮ ਚੇਂਜ ਹੋਏ ਨੇ, ਕਿਉਂਕਿ ਆਪਣੀ ਪਲਾਂਟ ਤੇ ਐਨੀਮਲ ਕਿੰਗਡਮ ਦੀ ਜਿਹੜੀ ਚੇਂਜਿੰਗ ਆ, ਜਿਹੜੀ ਅੰਡਰਸਟੈਂਡਿੰਗ ਉਹ ਚੇਂਜ ਹੋਈ ਆ। ਪਹਿਲਾਂ ਪਲਾਂਟ ਕਿੰਗਡਮ ਨੂੰ ਆਪਾਂ ਸਮਝਦੇ ਸੀ ਕਿ ਜਿਹਦੇ ਵਿੱਚ ਸੈੱਲ ਵਾਲ ਜਿਹੜੇ ਆਰਗੈਨਿਜ਼ਮਸ ਕੋਲ ਸੈੱਲ ਵਾਲ ਹੋਊਗੀ ਉਹ ਪਲਾਂਟ ਕਿੰਗਡਮ ਦੇ ਵਿੱਚ ਆਉਣਗੇ, ਤੇ ਜਿਹੜੇ ਆਰਗੈਨਿਜ਼ਮਸ ਕੋਲ ਸੈੱਲ ਵਾਲ ਨਹੀਂ ਹੋਊਗੀ ਪਲਾਂਟ ਕਿੰਗਡਮ ਦੇ ਵਿੱਚ ਨਹੀਂ ਹੋਣਗੇ। ਪਹਿਲਾਂ ਆਪਣੀ ਇਹ ਅੰਡਰਸਟੈਂਡਿੰਗ ਸੀ, ਉਦੋਂ ਬਾਅਦ ਆਪਣੀ ਟਾਈਮ ਨਾਲ ਅੰਡਰਸਟੈਂਡਿੰਗ ਚੇਂਜ ਹੋਈ, ਠੀਕ ਹੈ। ਫਿਰ ਆਪਣੀ ਅੰਡਰਸਟੈਂਡਿੰਗ ਬਣੀ ਅੱਛਾ ਜਿਹੜਾ ਆਪਣਾ ਖਾਣਾ ਆਪ ਪ੍ਰੀਪੇਅਰ ਕਰਦੇ ਨੇ, ਜਿਨ੍ਹਾਂ ਦੀ ਸੈਲੂਲੋਜ਼ ਦੀ ਬਣੀ ਹੋਈ ਆ, ਹੈ ਨਾ, ਜਿਹੜੇ ਯੂਕੈਰੀਓਟਿਕ ਨੇ ਉਹਨਾਂ ਨੂੰ ਆਪਾਂ ਪਲਾਂਟ ਕਿੰਗਡਮ ਦੇ ਵਿੱਚ ਪਾਵਾਂਗੇ, ਠੀਕ ਹੈ। ਹਾਲਾਂਕਿ ਪਲਾਂਟ ਤੇ ਐਨੀਮਲ ਕਿੰਗਡਮ ਜਿਹੜੇ ਨੇ ਉਹ ਕੌਨਸਟੈਂਟ ਰਹੇ ਨੇ ਡਿਫਰੈਂਟ ਸਿਸਟਮਸ ਦੇ ਵਿੱਚ, ਪਰ ਜਿਹੜੀ ਆਪਣੀ ਅੰਡਰਸਟੈਂਡਿੰਗ ਆ ਕਿ ਆਪਾਂ ਨੇ ਇਹਨਾਂ ਦੇ ਵਿੱਚ ਕਿਹੜੇ ਗਰੁੱਪਸ ਕਿਹੜੇ ਆਰਗੈਨਿਜ਼ਮਸ ਪਾਉਣੇ ਨੇ ਇਹਨਾਂ ਕਿੰਗਡਮਸ ਦੇ ਵਿੱਚ, ਉਹ ਚੇਂਜ ਹੁੰਦੀ ਰਹੀ ਆ, ਠੀਕ ਹੈ। ਤੇ ਬਾਕੀ ਜਿਹੜੇ ਕਿੰਗਡਮਸ ਨੇ ਉਹਨਾਂ ਦੇ ਨੰਬਰ ਮਤਲਬ ਅੱਗੇ ਪਹਿਲਾਂ 2 ਕਿੰਗਡਮ ਸੀ, 2 ਤੋਂ 3 ਬਣੇ, 3 ਤੋਂ 4, 4 ਤੋਂ 5 ਹੋ ਸਕਦਾ ਅੱਗੇ ਜਾ ਕੇ ਕੋਈ ਕਿੰਗਡਮ ਘੱਟ ਜੇ, ਠੀਕ ਹੈ। ਵੈਸੇ ਘਟਣ ਦੇ ਬਹੁਤ ਰੇਅਰ ਚਾਂਸਿਸ ਨੇ, ਵੱਧ ਵੀ ਸਕਦੇ ਹੈ ਨਾ, ਪਰ ਜਿਹੜੇ ਬਾਕੀ ਕਿੰਗਡਮਸ ਉਹਨਾਂ ਦਾ ਨੰਬਰ ਤੇ ਨੇਚਰ, ਠੀਕ ਹੈ, ਉਹ ਵੀ ਕੀ ਹੁੰਦਾ ਰਹੇਗਾ ਆਪਾਂ ਚੇਂਜ ਹੁੰਦਾ ਰਿਹਾ। ਉਹਨਾਂ ਦੀ ਅੰਡਰਸਟੈਂਡਿੰਗ ਡਿਫਰੈਂਟ ਸਾਇੰਟਿਸਟ ਨੇ ਡਿਫਰੈਂਟ ਤਰ੍ਹਾਂ ਉਹਨਾਂ ਨੂੰ ਸਮਝਿਆ ਹੈਗਾ। ਐਂਡ ਦਿਸ ਇਜ਼ ਅ ਵੈਰੀ ਇੰਪੋਰਟੈਂਟ ਟੇਬਲ, ਇਹਦੇ ਵਿੱਚੋਂ ਕਾਫੀ ਵਾਰੀ ਕੁਐਸਚਨ ਵੀ ਆ ਜਾਂਦਾ ਹੁੰਦਾ ਗਾ, ਓਕੇ। ਹੁਣ ਆਪਾਂ ਸੈਲ ਟਾਈਪ ਦੀ ਗੱਲ ਕਰੀਏ ਤਾਂ ਆਪਣੇ ਆ 5 ਕਿੰਗਡਮ ਨੇ ਮੋਨੇਰਾ, ਪ੍ਰੋਟਿਸਟਾ, ਫੰਜਾਈ, ਪਲਾਂਟੇਨ, ਐਨੀਮੀਲੀਆ। ਮੋਨੇਰਾ ਦੇ ਵਿੱਚ ਸਾਰੇ ਪ੍ਰੋਕੈਰੀਓਟਿਕ ਆਰਗੈਨਿਜ਼ਮਸ ਹੁੰਦੇ ਨੇ, ਬੈਕਟੀਰੀਆ ਐਂਡ ਆਲ। ਪ੍ਰੋਟਿਸਟਾ ਵਿੱਚ ਸਾਰੇ ਸਿੰਗਲ ਸੈਲਡ ਯੂਕੈਰੀਓਟਸ ਹੁੰਦੇ ਨੇ। ਫੰਜਾਈ ਦੇ ਵਿੱਚ ਉਹ ਆਰਗੈਨਿਜ਼ਮਸ ਆਉਂਦੇ ਨੇ, ਠੀਕ ਹੈ, ਜਿਹੜੇ ਮੋਇਸਟ ਹਿਊਮਿਡ ਕਲਾਈਮੇਟਸ ਦੇ ਵਿੱਚ ਸਰਵਾਈਵ ਕਰ ਸਕਦੇ ਨੇ, ਅਤੇ ਕਾਫੀ ਛੋਟਾ ਸਾਈਜ਼ ਹੁੰਦਾ ਇਹਨਾਂ ਦਾ। ਐਂਡ ਇਹ ਜ਼ਿਆਦਾਤਰ ਨਹੀਂ, ਆਲ ਜਿਹੜੇ ਸਾਰੇ ਦੇ ਸਾਰੇ ਹੁੰਦੇ ਨੇ ਉਹ ਹੈਟਰੋਟ੍ਰੋਫਿਕ ਹੁੰਦੇ ਨੇ। ਪਲਾਂਟ ਦੇ ਵਿੱਚ ਆਟੋਟ੍ਰੋਫਿਕ ਆਰਗੈਨਿਜ਼ਮਸ ਹੁੰਦੇ ਨੇ, ਆਟੋਟ੍ਰੋਫਿਕ ਯੂਕੈਰੀਓਟਸ ਹੁੰਦੇ ਨੇ, ਮਤਲਬ ਜਿਹੜੇ ਆਪਦਾ ਖਾਣਾ ਪ੍ਰੀਪੇਅਰ ਕਰ ਸਕਦੇ ਨੇ। ਐਨੀਮਲਸ ਦੇ ਵਿੱਚ ਉਹ ਆਰਗੈਨਿਜ਼ਮਸ ਆਉਂਦੇ ਨੇ ਜਿਹੜੇ ਸਾਰੇ ਦੇ ਸਾਰੇ ਹੈਟਰੋਟ੍ਰੋਫਿਕ ਨੇ, ਠੀਕ ਹੈ। ਨਾ ਉੱਥੇ ਕਨਫਿਊਜ਼ਨ ਹੋ ਗਈ ਕਿ ਫੰਜਾਈ ਅਤੇ ਐਨੀਮੀਲੀਆ ਦੇ ਵਿੱਚ ਕੀ ਡਿਫਰੈਂਸ ਆ, ਹੈ ਨਾ। ਇਹਨਾਂ ਦੇ ਵਿੱਚ ਮੇਨਲੀ ਨਾ ਉਹਨਾਂ ਦੀ ਆਰਗੇਨਾਈਜੇਸ਼ਨ ਦਾ ਡਿਫਰੈਂਸ ਆ। ਇਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਲੂਜ਼ ਟਿਸ਼ੂ ਹੁੰਦੀ ਹੈ, ਇਹਨਾਂ ਦੀ ਆਰਗੇਨਾਈਜੇਸ਼ਨ ਕਿਹੜੀ ਹੁੰਦੀ ਆ, ਆਰਗਨ ਸਿਸਟਮ ਤੱਕ ਆਰਗੇਨਾਈਜ਼ਡ ਹੁੰਦੇ ਨੇ। ਇਸ ਕਰਕੇ ਆਰਗੇਨਾਈਜੇਸ਼ਨ ਦੇ ਵਿੱਚ ਡਿਫਰੈਂਸ ਹੋਣ ਕਰਕੇ ਆਪਾਂ ਨੂੰ ਇਹਨਾਂ ਨੂੰ ਅਲੱਗ-ਅਲੱਗ ਕਿੰਗਡਮ ਵਿੱਚ ਪਾਏ, ਕਿਉਂਕਿ ਹੈਟਰੋਟ੍ਰੋਫਿਕ ਤਾਂ ਫੰਜਾਈ ਵੀ ਆ, ਹੈਟਰੋਟ੍ਰੋਫਿਕ ਐਨੀਮੀਲੀਆ ਵੀ ਆ, ਹੈ ਨਾ। ਹੁਣ ਆਪਾਂ ਡਿਫਰੈਂਸਿਸ ਦੇਖਦੇ ਹਾਂ। ਪਹਿਲਾਂ ਆਪਾਂ ਦੇਖਦੇ ਸੈਲ ਟਾਈਪ। ਮੋਨੇਰਾ ਦਾ ਸੈਲ ਟਾਈਪ ਕੀ ਆ, ਪ੍ਰੋਕੈਰੀਓਟਿਕ। ਬਾਕੀ ਸਾਰੇ ਜਿਹੜੇ 4 ਕਿੰਗਡਮ ਨੇ ਉਹੀ ਯੂਕੈਰੀਓਟਿਕ ਨੇ। ਹੁਣ ਆਪਾਂ ਸੈਲ ਵਾਲ ਦੇ ਨੇਚਰ ਦੀ ਗੱਲ ਕਰੀਏ ਨਾ, ਕਿ ਸੈਲ ਵਾਲ ਕਾਹਦੀ ਬਣੀ ਹੋਈ ਆ, ਤਾਂ ਮੋਨੇਰਾ ਜਿਹੜੇ ਹੁੰਦੇ ਨੇ ਉਹਨਾਂ ਦੀ ਜਿਹੜੀ ਸੈਲ ਵਾਲ ਹੁੰਦੀ ਆ ਨੋਨ ਸੈਲੂਲੋਸਿਕ ਹੁੰਦੀ ਆ, ਠੀਕ ਹੈ। ਅਤੇ ਉਹ ਕੀ ਆ, ਪੋਲੀਸੈਕਰਾਈਡ ਪਲੱਸ ਅਮਾਈਨੋ ਐਸਿਡ ਦੀ ਬਣੀ ਹੋਈ ਆ, ਜਿਹਨੂੰ ਕਿ ਆਪਾਂ ਕਾਮਨਲੀ ਕਹਿ ਦਿੰਦੇ ਪੈਪਟਾਈਡੋਗਲਾਈਕਨ, ਕਿ ਜਿਹੜੀ ਮੋਨੇਰਾ ਉਹਨਾਂ ਦੀ ਸੈਲ ਵਾਲ ਪੈਪਟਾਈਡੋਗਲਾਈਕਨ ਦੀ ਬਣੀ ਹੁੰਦੀ ਆ। ਇਹਦੇ ਵਿੱਚ ਪੈਪਟਾਈਡ ਅਮਾਈਨੋ ਐਸਿਡਸ ਨੂੰ ਡਿਨੋਟ ਕਰਦਾ, ਐਂਡ ਗਲਾਈਕਨ ਕੀ ਆ, ਸ਼ੂਗਰਸ ਨੂੰ ਡਿਨੋਟ ਕਰਦਾ। ਤਾਂ ਸ਼ੂਗਰਸ, ਪੋਲੀਸੈਕਰਾਈਡਸ ਐਂਡ ਪੈਪਟਾਈਡ ਅਮਾਈਨੋ ਐਸਿਡਸ, ਓਕੇ। ਬਟ ਉਹਨਾਂ ਦੇ ਵਿੱਚ ਆਪਣੇ ਕੋਲ ਆਰਕੇ ਬੈਕਟੀਰੀਆ ਵੀ ਆਉਂਦੇ ਨੇ, ਠੀਕ ਹੈ, ਜਿਹੜੇ ਕਿ ਆਪਾਂ ਅੱਗੇ ਪੜ੍ਹਾਂਗੇ ਕਿ ਆਰਕੇ ਬੈਕਟੀਰੀਆ ਬਾਕੀ ਬੈਕਟੀਰੀਆ ਨਾਲੋਂ ਕਿੱਦਾਂ ਡਿਫਰੈਂਟ ਨੇ। ਅਤੇ ਆਰਕੇ ਬੈਕਟੀਰੀਆ ਦੀ ਜਿਹੜੀ ਸੈਲ ਵਾਲ ਆ ਉਹ ਬਣੀ ਹੁੰਦੀ ਆ ਫਾਈਟੇਨਾਈਲ ਦੀ। ਮੈਂ ਤੁਹਾਨੂੰ ਇੱਥੇ ਡਿਫਰੈਂਸ ਦੱਸਦਾ ਕਿ ਉਹਨਾਂ ਦੀ ਸੈਲ ਵਾਲ ਦੇ ਸਟਰਕਚਰ ਦੇ ਵਿੱਚ ਡਿਫਰੈਂਸ ਆ, ਇਸ ਕਰਕੇ ਆਰਕੇ ਬੈਕਟੀਰੀਆ ਤੇ ਯੂ ਬੈਕਟੀਰੀਆ ਤੋਂ ਅਲੱਗ-ਅਲੱਗ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਨੇ, ਠੀਕ ਹੈ। ਅਤੇ ਪ੍ਰੋਟਿਸਟਾ ਦੇ ਵਿੱਚ ਕੁਝ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਆ, ਠੀਕ ਹੈ। ਜੇ ਕੁਝ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਆ ਤਾਂ ਉਹ ਸਿਲਿਕਾ ਦੀ ਬਣੀ ਹੁੰਦੀ ਆ। ਐਂਡ ਫੰਜਾਈ ਦੇ ਵਿੱਚ ਕਾਈਟਿਨ ਦੀ ਸੈਲ ਵਾਲ ਪ੍ਰੈਜ਼ੈਂਟ ਹੁੰਦੀ ਆ। ਪਲਾਂਟਸ ਦੇ ਵਿੱਚ ਸੈਲੂਲੋਜ਼ਿਕ ਸੈਲ ਵਾਲ ਹੁੰਦੀ ਆ, ਅਤੇ ਐਨੀਮਲਸ ਦੇ ਵਿੱਚ ਸੈਲ ਵਾਲ ਹੁੰਦੀ ਹੈ ਨਹੀਂ, ਉਹ ਐਬਸੈਂਟ ਹੁੰਦੀ ਆ। ਹੁਣ ਆਪਾਂ ਨਿਊਕਲੀਅਰ ਮੈਂਬਰੇਨ ਦੀ ਗੱਲ ਕਰਦੇ ਹਾਂ। ਸਿੰਸ ਜਿਹੜੇ ਮੋਨੇਰਾ ਹੁੰਦੇ, ਜਿਹੜੇ ਬੈਕਟੀਰੀਆ ਹੁੰਦੇ ਨੇ ਪ੍ਰੋਕੈਰੀਓਟਿਕ ਨੇ, ਅਤੇ ਉਹਨਾਂ ਕੋਲ ਕੀ ਹੁੰਦਾ, ਪ੍ਰਿਮਿਟਿਵ ਨਿਊਕਲੀਅਸ ਹੁੰਦਾ, ਤਾਂ ਉਹਨਾਂ ਦਾ ਜਿਹੜਾ ਨਿਊਕਲੀਅਸ ਹੁੰਦਾ ਉਹਨਾਂ ਕੋਲ ਕੋਈ ਵੀ ਨਿਊਕਲੀਅਰ ਮੈਂਬਰੇਨ ਨਹੀਂ ਹੁੰਦਾ, ਨਿਊਕਲੀਅਰ ਮੈਂਬਰੇਨ ਐਬਸੈਂਟ ਹੁੰਦਾ ਹੈਗਾ। ਅਤੇ ਬਾਕੀ ਦੇ ਸਾਰੇ ਉਹ ਯੂਕੈਰੀਓਟਿਕ ਨੇ, ਤਾਂ ਉਹਨਾਂ ਦੇ ਕੋਲ ਨਿਊਕਲੀਅਰ ਮੈਂਬਰੇਨ ਪ੍ਰੈਜ਼ੈਂਟ ਹੋਊਗਾ। ਹੁਣ ਆਪਾਂ ਬੋਡੀ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ ਕਿ ਕਿਸ ਲੈਵਲ ਦੀ ਬੋਡੀ ਆਰਗੇਨਾਈਜੇਸ਼ਨ, ਸੈੱਲ ਲੈਵਲ ਹੈ, ਟਿਸ਼ੂ ਲੈਵਲ ਹੈ, ਕਿਸ ਲੈਵਲ ਦੀ ਆਪਣੀ ਬੋਡੀ ਆਰਗੇਨਾਈਜੇਸ਼ਨ ਦੇਖਣ ਨੂੰ ਮਿਲਦੀ ਆ। ਤਾਂ ਮੋਨੇਰਾ ਦੇ ਵਿੱਚ ਸੈਲੂਲਰ ਹੁੰਦੀ ਆ, ਪ੍ਰੋਟਿਸਟਾ ਦੇ ਵਿੱਚ ਵੀ ਸੈਲੂਲਰ ਹੁੰਦੀ ਹੈ, ਕਿਉਂਕਿ ਇਹ ਦੋਨੋਂ ਕੀ ਨੇ, ਯੂਨੀ ਸੈਲੂਲਰ ਨੇ, ਰਾਈਟ। ਅਤੇ
ਜਿਹੜੇ ਫੰਜਾਈ ਨੇ ਉਹਨਾਂ ਦੇ ਵਿੱਚ ਮਲਟੀ ਸੈਲੂਲਰ ਹੁੰਦੀ ਆ ਜਾਂ ਆਪਾਂ ਕਹਿ ਸਕਦੇ ਹਾਂ ਲੂਜ਼ ਟਿਸ਼ੂ ਹੁੰਦੀ ਆ, ਜਾਂ ਮਤਲਬ ਜਾਂ ਤਾਂ ਮਲਟੀ ਸੈਲੂਲਰ ਬੋਡੀ ਆਰਗੇਨਾਈਜੇਸ਼ਨ ਮਿਲੂਗੀ ਜਾਂ ਫਿਰ ਲੂਜ਼ ਟਿਸ਼ੂ ਦੀ ਫਾਰਮ ਦੇ ਵਿੱਚ ਬੋਡੀ ਆਰਗੇਨਾਈਜੇਸ਼ਨ ਮਿਲੂਗੀ। ਤੇ ਪਲਾਂਟਸ ਦੇ ਵਿੱਚ ਟਿਸ਼ੂ ਜਾਂ ਆਰਗਨ ਲੈਵਲ ਆਫ ਆਰਗੇਨਾਈਜੇਸ਼ਨ ਹੁੰਦੀ ਆ, ਤੇ ਐਨੀਮਲਸ ਦੇ ਵਿੱਚ ਕਈ ਐਨੀਮਲਸ ਦੇ ਵਿੱਚ ਟਿਸ਼ੂ ਲੈਵਲ ਹੁੰਦੀ ਹੈ, ਕਈਆਂ ਦੇ ਵਿੱਚ ਆਰਗਨ ਲੈਵਲ ਹੁੰਦੀ ਤੇ ਕਈਆਂ ਦੇ ਵਿੱਚ ਆਰਗਨ ਸਿਸਟਮ ਲੈਵਲ ਆਰਗੇਨਾਈਜੇਸ਼ਨ ਦੇਖਣ ਨੂੰ ਮਿਲਦੀ ਆ। ਹੁਣ ਆਪਾਂ ਗੱਲ ਕਰਦੇ ਹਾਂ ਮੋਡ ਆਫ ਨਿਊਟ੍ਰੀਸ਼ਨ ਦੀ, ਤਾਂ ਜਿਹੜੇ ਮੋਨੈਰਾ ਨੇ, ਠੀਕ ਹੈ, ਉਹ ਕੀ ਆ, ਸਭ ਤੋਂ ਜ਼ਿਆਦਾ ਡਾਇਵਰਸਿਟੀ ਸ਼ੋ ਕਰਦੇ ਨੇ ਉਹਨਾਂ ਦੀ ਨਿਊਟ੍ਰੀਸ਼ਨ ਦੇ ਮੋਡ ਦੇ ਵਿੱਚ, ਠੀਕ ਹੈ, ਕਿਉਂਕਿ ਇਹ ਆਟੋਟ੍ਰੋਫਿਕ ਵੀ ਹੋ ਸਕਦੇ ਨੇ, ਹੈਟਰੋਟ੍ਰੋਫਿਕ ਵੀ ਹੋ ਸਕਦੇ ਨੇ। ਤੇ ਆਟੋਟ੍ਰੋਫਿਕ ਦੇ ਵਿੱਚ ਵੀ ਇਹ ਕੀਮੋਸਿੰਥੈਟਿਕ ਵੀ ਹੋ ਸਕਦੇ ਨੇ, ਫੋਟੋਸਿੰਥੈਟਿਕ ਵੀ ਹੋ ਸਕਦੇ ਨੇ, ਤੇ ਹੈਟਰੋਟ੍ਰੋਫਿਕ ਦੇ ਵਿੱਚ ਵੀ ਇਹ ਸੈਪਰੋਫਾਈਟਿਕ ਵੀ ਹੋ ਸਕਦੇ ਨੇ, ਪੈਰਾਸਾਈਟਿਕ ਹੋ ਸਕਦੇ ਨੇ, ਤੇ ਬਹੁਤ ਜ਼ਿਆਦਾ ਵੈਰਾਈਟੀ ਸ਼ੋ ਕਰਦੇ ਨੇ। ਜੇ ਆਪਾਂ ਪ੍ਰੋਟਿਸਟਾ ਦੀ ਗੱਲ ਕਰੀਏ ਤਾਂ ਪ੍ਰੋਟਿਸਟਾ ਜਿਹੜੇ ਉਹ ਆਟੋਟ੍ਰੋਫਿਕ ਵੀ ਹੋ ਸਕਦੇ ਨੇ, ਆਟੋਟ੍ਰੋਫਿਕ ਦੇ ਵਿੱਚ ਉਹ ਸਿਰਫ ਤੇ ਸਿਰਫ ਫੋਟੋਸਿੰਥੈਟਿਕ ਹੋਣਗੇ, ਕੀਮੋਸਿੰਥੈਟਿਕ ਨਹੀਂ ਹੋਣਗੇ, ਐਂਡ ਹੈਟਰੋਟ੍ਰੋਫਿਕ ਵੀ ਹੋ ਸਕਦੇ ਨੇ। ਹੈਟਰੋਟ੍ਰੋਫਿਕ ਦੇ ਵਿੱਚ ਵੀ ਇਹ ਸੈਪਰੋਫਾਈਟਿਕ ਹੋ ਸਕਦੇ ਆ, ਪੈਰਾਸਾਈਟਿਕ ਹੋ ਸਕਦੇ ਆ, ਠੀਕ ਹੈ, ਐਂਡ ਪੈਥੋਜੈਨਿਕ ਹੋ ਸਕਦੇ ਆ, ਫ੍ਰੀ ਲਿਵਿੰਗ ਵੀ ਹੋ ਸਕਦੇ ਨੇ, ਠੀਕ ਹੈ। ਹੁਣ ਆਪਾਂ ਫੰਜਾਈ ਦੀ ਗੱਲ ਕਰੀਏ ਤਾਂ ਇਹ ਹੈਟਰੋਟ੍ਰੋਫਿਕ ਹੁੰਦੇ ਨੇ, ਆਲ ਦ ਫੰਜਾਈ ਆਰ ਹੈਟਰੋਟ੍ਰੋਫਿਕ ਐਂਡ ਮੋਸਟ ਆਫ ਦੈਮ ਆਰ ਡੀਕੰਪੋਜ਼ਰਸ, ਠੀਕ ਹੈ। ਤੇ ਇਹ ਸੈਪਰੋਫਾਈਟਿਕ ਵੀ ਹੋ ਸਕਦੇ ਨੇ, ਪੈਰਾਸਾਈਟਿਕ ਵੀ ਹੋ ਸਕਦੇ ਨੇ। ਪਲਾਂਟੇ ਦੀ ਗੱਲ ਕਰੀਏ ਤਾਂ ਇਹ ਸਾਰੇ ਪਲਾਂਟਸ ਆਟੋਟ੍ਰੋਫਿਕ ਹੁੰਦੇ ਨੇ, ਕੁਝ ਪਲਾਂਟਸ ਪਾਰਸ਼ੀਅਲੀ ਹੈਟਰੋਟ੍ਰੋਫਿਕ ਹੁੰਦੇ ਨੇ, ਮਤਲਬ ਜਿੱਦਾਂ ਕਿ ਇਨਸੈਕਟੀਵਰਸ ਪਲਾਂਟਸ ਹੋ ਗਏ ਹੈ ਨਾ, ਪੈਰਾਸਾਈਟਸ ਹੋ ਗਏ ਜਿੱਦਾਂ ਕਸਕਿਊਟਾ ਹੋ ਗਿਆ ਹੈ ਨਾ। ਤੇ ਵੈਸੇ ਵੈਸੇ ਸਾਰੇ ਪਲਾਂਟਸ ਕੀ ਹੁੰਦੇ ਨੇ, ਆਟੋਟ੍ਰੋਫਿਕ ਹੀ ਹੁੰਦੇ ਨੇ ਐਕਸਕਲੂਸਿਵਲੀ। ਜੇ ਹੁਣ ਆਪਾਂ ਐਨੀਮੀਲੀਆ ਦੀ ਗੱਲ ਕਰੀਏ ਤਾਂ ਉਹ ਹੈਟਰੋਟ੍ਰੋਫਿਕ ਹੁੰਦੇ ਨੇ, ਮਤਲਬ ਉਹ ਤੇ ਇਹ ਐਕਸਕਲੂਸਿਵਲੀ ਹੈਟਰੋਟ੍ਰੋਫਿਕ ਹੁੰਦੇ, ਮਤਲਬ ਕੋਈ ਵੀ ਐਨੀਮਲ ਆਪਦਾ ਖਾਣਾ ਪ੍ਰੀਪੇਅਰ ਨਹੀਂ ਕਰਦਾ। ਤੇ ਇਹਨਾਂ ਦੇ ਵਿੱਚ ਵੀ ਆਪਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਮੋਡ ਆਫ ਨਿਊਟ੍ਰੀਸ਼ਨ ਦੇਖਣ ਨੂੰ ਮਿਲਦੇ, ਜਿੱਦਾਂ ਕਿ ਹੋਲੋਜ਼ੋਇਕ ਹੋ ਗਿਆ, ਸੈਪਰੋਫਾਈਟ ਹੋ ਗਿਆ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿ RH ਵਿਟੇਕਰ ਨੇ ਕਿੰਨਾ ਬੇਸਿਸ ਦੇ ਉੱਪਰ ਆਪਦੀ ਕਲਾਸੀਫਿਕੇਸ਼ਨ ਪਰਫੋਰਮ ਕੀਤੀ ਸੀ। RH ਵਿਟੇਕਰ ਨੇ 1969 ਦੇ ਵਿੱਚ 5 ਕਿੰਗਡਮ ਕਲਾਸੀਫਿਕੇਸ਼ਨ ਦਿੱਤੀ ਸੀ, ਤੇ 5 ਕਿੰਗਡਮ ਉਹਨੇ ਕਿਹੜੇ ਕਿਹੜੇ ਦਿੱਤੇ ਸੀਗੇ, ਮੋਨੈਰਾ, ਪ੍ਰੋਟਿਸਟਾ, ਫੰਜਾਈ, ਪਲਾਂਟੇ ਐਂਡ ਐਨੀਮੀਲੀਆ, ਇਹ 5 ਕਿੰਗਡਮ ਸੀਗੇ। ਦ ਮੇਨ ਕ੍ਰਾਈਟੇਰੀਆ ਫॉर ਕਲਾਸੀਫਿਕੇਸ਼ਨ ਯੂਜ਼ਡ ਬਾਈ ਹਿਮ, ਠੀਕ ਹੈ, ਮੇਨ ਕ੍ਰਾਈਟੇਰੀਆ ਕਿਹੜੇ ਕਿਹੜੇ ਯੂਜ਼ ਕੀਤੇ ਸੀ ਉਹਨੇ, ਸੈਲ ਸਟਰਕਚਰ, ਬੋਡੀ ਆਰਗੇਨਾਈਜੇਸ਼ਨ, ਮੋਡ ਆਫ ਨਿਊਟ੍ਰੀਸ਼ਨ, ਮੈਥਡ ਆਫ ਰੀਪਰੋਡਕਸ਼ਨ ਤੇ ਫਾਇਲੋਜੈਨੇਟਿਕ ਰਿਲੇਸ਼ਨਸ਼ਿਪ। ਇਹ ਮੇਨ ਕ੍ਰਾਈਟੇਰੀਆ ਸੀ। ਤੇ ਵੀ ਕੁਐਸਚਨ ਆਉਂਦਾ ਹੈਗਾ ਕਿ ਦੱਸੋ ਇਹਨਾਂ ਦੇ ਵਿੱਚੋਂ ਇਹ ਕਿਹੜੇ ਕ੍ਰਾਈਟੇਰੀਆ ਹੈਗੇ ਨੇ, ਕਿਹੜੇ ਨਹੀਂ ਹੈਗੇ, ਇਹ ਯਾਦ ਰੱਖਣੇ ਬਹੁਤ ਜ਼ਰੂਰੀ ਨੇ। ਤੇ ਕਈ ਬੱਚਿਆਂ ਨੂੰ ਲੱਗਦਾ ਕਿ ਜਿਹੜਾ ਇਹ ਟੇਬਲ ਹੈ ਨਾ, RH ਵਿਟੇਕਰ ਦੀ ਕਲਾਸੀਫਿਕੇਸ਼ਨ ਦੇ ਉੱਪਰ ਬੇਸਿਸ ਦੇ ਉੱਪਰ ਬਣਿਆ ਹੋਇਆ। ਹੁਣ ਦੇਖੋ ਇੱਥੋਂ ਨਿਊਕਲੀਅਰ ਮੈਂਬਰੇਨ ਇੰਕਲੂਡਡ ਆ, ਬਟ ਇੱਥੇ ਨਿਊਕਲੀਅਰ ਮੈਂਬਰ ਨਹੀਂ ਇੰਕਲੂਡਡ ਹੈਗਾ। ਤਾਂ ਕਈ ਬੱਚੇ ਜਿਹੜੇ ਨੇ ਨਿਊਕਲੀਅਰ ਮੈਂਬਰੇਨ ਨੂੰ ਵੀ ਕੀ ਆ, ਐਜ਼ ਅ ਕ੍ਰਾਈਟੇਰੀਆ ਆਫ RH ਵਿਟੇਕਰ ਕਲਾਸੀਫਿਕੇਸ਼ਨ ਸਮਝ ਲੈਂਦੇ ਨੇ, ਵਿਚ ਇਜ਼ ਨਾਟ ਟਰੂ। ਓਕੇ, ਨਾਓ ਫਾਇਲੋਜੈਨੇਟਿਕ ਰਿਲੇਸ਼ਨਸ਼ਿਪ ਮਤਲਬ ਕੀ ਆ, ਉਹ ਆਪਸ ਦੇ ਵਿੱਚ ਕੀ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਕੋ ਸ਼ੋ ਕਰਦੇ ਨੇ, ਜਿਨ੍ਹਾਂ ਦਾ ਕਾਮਨ ਐਂਸੈਸਟਰ ਹੋਵੇ ਵੱਖ ਵੱਖ ਆਰਗੈਨਿਜ਼ਮਸ ਦਾ। ਤੇ ਆਹ ਟੇਬਲ ਦੇ ਵਿੱਚ ਕੰਪੈਰੇਟਿਵ ਅਕਾਊਂਟ ਦਿੱਤਾ, ਪੜ੍ਹ ਲਿਆ ਆਲਰੇਡੀ। ਦ 3 ਡੋਮੇਨ ਸਿਸਟਮ ਆਲਸੋ ਬੀਨ ਪ੍ਰਪੋਜ਼ਡ that divides the kingdom Monera into 2 domains, leaving the remaining eukaryotic kingdoms in third domain and thereby a 6 kingdom classification। ਜਿਹੜੀ 3 ਡੋਮੇਨ ਸੀਗੀ ਹੈ ਨਾ, 3 ਡੋਮੇਨ ਕਲਾਸੀਫਿਕੇਸ਼ਨ ਸੀਗੀ, ਕਾਰਲ ਵੂਸ ਦੇ ਦੁਆਰਾ ਦਿੱਤੀ ਗਈ ਸੀ 1990 ਦੇ ਵਿੱਚ, ਠੀਕ ਹੈ, ਕਾਰਲ ਵੂਸ ਦੇ ਦੁਆਰਾ। ਉਦੋਂ ਪਹਿਲਾਂ ਕਾਰਲ ਵੂਸ ਦੇ ਦੁਆਰਾ ਇਹ ਕਲਾਸੀਫਿਕੇਸ਼ਨ ਦੇਣ ਤੋਂ ਪਹਿਲਾਂ ਗ੍ਰੇ ਐਂਡ ਡੂਲਿਟਲ ਨੇ 6 ਕਿੰਗਡਮ ਕਲਾਸੀਫਿਕੇਸ਼ਨ ਦਿੱਤੀ ਸੀ 1982 ਦੇ ਵਿੱਚ, ਪਰ ਇਹਨਾਂ ਨੇ ਮਤਲਬ ਥੋੜ੍ਹੇ ਇਹਨਾਂ ਦੀ ਲਿਮਿਟੇਸ਼ਨਸ ਰਹਿ ਗਈ ਸੀ, ਬਹੁਤ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕਰ ਪਾਏ ਸੀਗੇ, ਚੰਗੀ ਐਕਸਪਲੇਨੇਸ਼ਨ ਨਹੀਂ ਦਿੱਤੀ ਸੀ ਇਹਨਾਂ ਨੇ। ਪਰ ਉਦੋਂ ਬਾਅਦ ਕਾਰਲ ਵੂਸ ਨੇ 1990 ਦੇ ਵਿੱਚ 6 ਕਿੰਗਡਮਸ ਬਣਾਏ ਤੇ 3 ਡੋਮੇਨ ਕਲਾਸੀਫਿਕੇਸ਼ਨ ਦਿੱਤੀ। ਹੁਣ ਕਿਹੜੇ ਕਿਹੜੇ 3 ਡੋਮੇਨਸ ਸੀਗੇ, ਸੋ 3 ਡੋਮੇਨਸ ਵਰ आर्किया, बैक्टीरिया, and eukarya। Archaea included Archaebacteria, Bacteria included rest of all the bacteria, means eubacteria, and eukarya included
Protista, fungi, plantae, and animalia means all the eukaryotic kingdoms were in eukaryote domain. So therefore from here इतों की निकली 6 किंगडम क्लासिफिकेशन निकली. फर्स्ट किंगडम आर्किबैक्टीरिया, मतलब मोनारा ने 2 किंगडम्स ਦੇ ਵਿੱਚ डिवाइड करता. ठीक है. सेकंड किंगडम बैक्टीरिया, थर्ड फिर हो गया प्रोटिस्टा, फोर्थ फंजाई, फिफ्थ प्लांटे, सिक्स्थ एनिमिलिया. ठीक है. इधर 6 किंगडम क्लासिफिकेशन ਦਿੱਤੀ ਗਈ ਸੀ ਕਾਰਲ ਵੂਸ ਦੇ ਦੁਆਰਾ 1990 ਦੇ ਵਿੱਚ. Let us look at this 5 kingdom classification to understand the issues and considerations that influence the classification system. ਹੁਣ ਆਪਾਂ 5 kingdom classification ਬਾਰੇ ਨੂੰ ਦੇਖਾਂਗੇ. ਠੀਕ ਹੈ. ਤਾਂ ਕਰਕੇ ਆਪਾਂ ਇਸ਼ੂਜ਼ ਤੇ ਕੰਸੀਡਰੇਸ਼ਨ ਸਮਝ ਸਕੀਏ ਜਿਨ੍ਹਾਂ ਕਰਕੇ ਕਲਾਸੀਫਿਕੇਸ਼ਨ ਸਿਸਟਮ ਜਿਹੜਾ ਉਹਦੇ ਵਿੱਚ ਕਾਫੀ ਜ਼ਿਆਦਾ ਚੇਂਜਸ ਆਏ ਨੇ. ਜਿਹੜੀਆਂ ਕਿਹੜੇ ਇਸ਼ੂਜ਼ ਆਪਾਂ ਨੂੰ ਇੱਦਾਂ ਦੇ ਫੇਸ ਕਰਨੇ ਪਏ ਸੀਗੇ ਪੁਰਾਣੇ ਕਲਾਸੀਫਿਕੇਸ਼ਨ ਸਿਸਟਮਸ ਦੇ ਵਿੱਚ ਅਤੇ ਕਿਹੜੀਆਂ ਨਵੀਆਂ ਚੀਜ਼ਾਂ ਆਪਾਂ ਨੇ ਕੰਸੀਡਰ ਕੀਤੀਆਂ. Earlier classification systems included bacteria, blue-green algae, fungi, mosses, ferns, gymnosperms and angiosperms under plants. ठीक है. ਜਿਹੜੇ ਪੁਰਾਣੇ ਕਲਾਸੀਫਿਕੇਸ਼ਨ ਸਿਸਟਮ ਸੀਗੇ ਸਪੈਸ਼ਲੀ ਜਿਹੜਾ ਕਿ ਕਾਰਲਸ ਲੀਨੀਅਸ ਦੇ ਦੁਆਰਾ ਦਿੱਤਾ ਗਿਆ ਸੀ ਉਹਨੇ ਕੀ ਹੈ ਸਾਰੇ ਅਲੱਗ-ਅਲੱਗ ਬਹੁਤ ਸਾਰੇ ਆਰਗੈਨਿਜ਼ਮਸ ਨੂੰ ਇੱਕੋ ਕਿੰਗਡਮ ਪਲਾਂਟਸ ਦੇ ਵਿੱਚ ਪਾਤਾ ਸੀ ਜਿੱਦਾਂ ਕਿ ਬਲੂ ਗ੍ਰੀਨ ਐਲਗੇ, ਫੰਜਾਈ, ਮੋਸਿਸ, ਫਰਨਸ, ਜਿਮਨੋਸਪਰਮਸ, ਐਂਜੀਓਸਪਰਮਸ ਇਹਨਾਂ ਸਾਰਿਆਂ ਨੂੰ ਕੀ ਹੈ ਪਲਾਂਟਸ ਦੇ ਵਿੱਚ ਹੀ ਪਾ ਦਿੱਤਾ ਗਿਆ ਸੀਗਾ. The character that unified this whole kingdom was that all the organisms included had a cell wall in their cells. ठीक है. ਇੱਕ ਕਰੈਕਟਰ ਕਰਕੇ ਸਿਰਫ ਇਹਨਾਂ ਸਾਰਿਆਂ ਦੇ ਵਿੱਚ ਇੱਕ ਕਰੈਕਟਰ ਕਾਮਨ ਸੀਗਾ ਉਹ ਸੈੱਲ ਵਾਲ ਸੀਗਾ. ਬਾਕੀ ਸਾਰੇ ਜਿੰਨੇ ਮਰਜ਼ੀ ਕਰੈਕਟਰ ਡਿਫਰੈਂਸ ਹੋਣ ਆਪਾਂ ਨੂੰ ਕੋਈ ਲੈਣ ਦੇਣਾ ਨਹੀਂ. ਕਾਰਲਸ ਲੀਨੀਅਸ ਕਹਿੰਦਾ ਬਸ ਆਪਾਂ ਨੇ ਸੈੱਲ ਵਾਲ ਦੇਖ ਲਈ ਜਿਹਦੇ 'ਚ ਹੈਗੀ ਉਹਨੂੰ ਪਲਾਂਟਸ ਦੇ ਵਿੱਚ ਪਤਾ ਜਿਹਦੇ 'ਚ ਨਹੀਂ ਹੈਗੀ ਉਹਦੇ ਉਹ ਐਨੀਮਲਸ ਦੇ ਵਿੱਚ ਪਤਾ. ਬਾਕੀ ਆਪਾਂ ਕੋਈ ਕਰੈਕਟਰ ਹੋਵੇ ਨਾ ਹੋਵੇ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ. ਦਿਸ ਪਲੇਸਡ ਟੂਗੈਦਰ ਗਰੁੱਪਸ ਵਿੱਚ ਵਾਈਡਲੀ ਡਿਫਰਡ ਇਨ ਅਦਰ ਕਰੈਕਟਰਿਸਟਿਕਸ. ਅਤੇ ਇਸ ਕਰਕੇ ਇਹਨੇ ਕੀ ਆ ਉਹ ਗਰੁੱਪਸ ਨੂੰ ਇਕੱਠੇ ਪਾਤਾ ਜਿਹੜੇ ਕਿ ਹੋਰ ਕਰੈਕਟਰਿਸਟਿਕਸ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਸ਼ੋ ਕਰਦੇ ਸੀ ਜਿੱਦਾਂ ਕਿ ਪ੍ਰੋਕੈਰੀਓਟਿਕ ਅਤੇ ਯੂਕੈਰੀਓਟਿਕ ਨਾ ਇਹ ਤਾਂ ਇੰਟਾਇਰਲੀ ਡਿਫਰੈਂਟ ਆਰਗੈਨਿਜ਼ਮਸ ਹੋ ਗਏ. ਇਟ ਬਰਾਊਟ ਟੂਗੈਦਰ ਦ ਪ੍ਰੋਕੈਰੀਓਟਿਕ ਬੈਕਟੀਰੀਆ ਐਂਡ ਦ ਬਲੂ ਗ੍ਰੀਨ ਐਲਗੇ ਸਿਆਨੋਬੈਕਟੀਰੀਆ ਵਿਦ ਅਦਰ ਗਰੁੱਪਸ ਵਿਚ ਵਰ ਯੂਕੈਰੀਓਟਿਕ. ਜਿੱਦਾਂ ਕਹਿੰਦੇ ਪ੍ਰੋਕੈਰੀਓਟਿਕ ਬੈਕਟੀਰੀਆ ਨੂੰ ਅਤੇ ਬਲੂ ਗ੍ਰੀਨ ਐਲਗੇ ਨੂੰ. ਬਲੂ ਗ੍ਰੀਨ ਐਲਗੇ ਕਿਹਨੂੰ ਕਹਿੰਦਾ ਸਿਆਨੋਬੈਕਟੀਰੀਆ ਨੂੰ ਮਤਲਬ ਫੋਟੋਸਿੰਥੈਟਿਕ ਬੈਕਟੀਰੀਆ ਨੂੰ. ਠੀਕ ਹੈ. ਇਹਨਾਂ ਨੂੰ ਕੀ ਆ ਹੋਰ ਗਰੁੱਪਸ ਦੇ ਨਾਲ ਪਾਤਾ ਸੀ ਜਿਹੜੇ ਯੂਕੈਰੀਓਟਿਕ ਸੀਗੇ ਅਤੇ ਇਹਨੇ ਕੀ ਆ ਯੂਨੀਸੈਲੂਲਰ ਆਰਗੈਨਿਜ਼ਮਸ ਅਤੇ ਮਲਟੀ ਸੈਲੂਲਰ ਆਰਗੈਨਿਜ਼ਮਸ ਨੂੰ ਇਕੱਠਿਆ ਪਾਤਾ ਸੀਗਾ ਜਿੱਦਾਂ ਕਿ ਕਲੈਮਾਡੋਮੋਨਾਸ ਅਤੇ ਸਪਾਇਰੋਗੈਰਾ ਇਹ ਦੋਨੋਂ ਇਕੱਠੇ ਪਾਏ ਗਏ ਸੀ. ਕਲੈਮਾਡੋਮੋਨਾਸ ਕੀ ਆ ਯੂਨੀਸੈਲੂਲਰ ਆ ਅਤੇ ਸਪਾਇਰੋਗੈਰਾ ਕੀ ਆ ਮਲਟੀ ਸੈਲੂਲਰ ਆ. ਠੀਕ ਹੈ. ਵੈਸੇ ਇਹ ਦੋਨੋਂ ਐਲਗੇ ਹੀ ਨੇ. ਠੀਕ ਹੈ. ਇਹਨਾਂ ਦੋਨਾਂ ਕੋਲ ਕੀ ਹੁੰਦਾ ਫੋਟੋਸਿੰਥੈਟਿਕ ਪਿਗਮੈਂਟ ਪ੍ਰੈਜ਼ੈਂਟ ਹੁੰਦੇ ਨੇ ਕਲੋਰੋਫਿਲ A ਐਂਡ ਕਲੋਰੋਫਿਲ B ਬਟ ਇਹ ਕੀ ਆ ਯੂਨੀਸੈਲੂਲਰ ਆ ਐਂਡ ਇਹ ਕੀ ਆ ਮਲਟੀ ਸੈਲੂਲਰ ਆ. ਅਤੇ ਆਪਾਂ ਹੁਣ ਜਿਹੜੇ ਸਿਸਟਮ ਪੜ੍ਹਾਂਗੇ ਹੈ ਨਾ ਆਪਾਂ RH ਵਿਟੇਕਰ ਦੇ ਸਿਸਟਮ ਪੜ੍ਹਾਂਗੇ ਉਹਦੇ ਵਿੱਚ ਵੀ ਵੈਸੇ ਤਾਂ ਇਹ ਦੋਨੋਂ ਕੀ ਆ ਇਕੱਠੇ ਹੀ ਨੇ. ਆਪਾਂ ਪਲਾਂਟਸ ਅਤੇ ਪਲਾਂਟ ਕਿੰਗਡਮ ਦੇ ਵਿੱਚ ਪੜ੍ਹਦੇ ਹਾਂ ਜੋ ਕਿ ਪਲਾਂਟ ਕਿੰਗਡਮ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ. ਵੈਸੇ ਪਿੱਛੇ ਚੈਪਟਰ ਸਭ ਤੋਂ ਪਹਿਲਾਂ ਪਲਾਂਟ ਕਿੰਗਡਮ ਦੀਆਂ ਵੀਡੀਓ ਗਈਆਂ ਹੋਈਆਂ ਨੇ ਹੈ ਨਾ ਕਿ ਕਲੈਮਾਡੋਮੋਨਾਸ ਅਤੇ ਸਪਾਇਰੋਗੈਰਾ ਜਿਹੜੇ ਆ ਉਹ ਕਿਹਦੇ ਕਲੋਰੋਫੇਸ਼ੀਏ ਦੇ ਐਗਜ਼ਾਮਪਲ ਨੇ. ਕਲੋਰੋਫੇਸ਼ੀਆ ਮਤਲਬ ਗ੍ਰੀਨ ਐਲਗੇ ਦੇ ਐਗਜ਼ਾਮਪਲ ਨੇ ਦੋਨੋਂ ਦੇ ਦੋਨੋਂ. ਠੀਕ ਹੈ. ਬਸ ਇੱਕ ਡਿਫਰੈਂਸ ਇਹਨਾਂ ਦੇ ਵਿੱਚ ਇਹ ਆ ਮੇਨ ਕਿ ਇਹ ਯੂਨੀਸੈਲੂਲਰ ਆ ਇਹ ਮਲਟੀ ਸੈਲੂਲਰ ਆ. ਬਾਕੀ ਇਹ ਇਹਦੇ ਵਿੱਚ ਵੀ ਕਲੋਰੋਫਿਲ ਏ ਵੀ ਪ੍ਰੈਜ਼ੈਂਟ ਹੈ ਇਹਦੇ ਵਿੱਚ ਵੀ ਕਲੋਰੋਫਿਲ ਏ ਵੀ ਪ੍ਰੈਜ਼ੈਂਟ ਹੈ. ਇਹ ਵੀ ਗ੍ਰੀਨ ਕਲਰ ਦਾ ਹੁੰਦਾ ਇਹ ਵੀ ਗ੍ਰੀਨ ਕਲਰ ਦਾ ਹੁੰਦਾ. ਇਹਦੇ ਵਿੱਚ ਵੀ ਪਾਇਰੇਨਟਸ ਪ੍ਰੈਜ਼ੈਂਟ ਇਹਦੇ ਵਿੱਚ ਵੀ ਪਾਇਰੇਨਟਸ ਪ੍ਰੈਜ਼ੈਂਟ ਨੇ. ਬਾਕੀ ਬਹੁਤ ਸਾਰੀ ਸਿਮਿਲੈਰਿਟੀਜ਼ ਨੇ. ਠੀਕ ਆ. RH ਵਿਟੇਕਰ ਦੇ ਸਿਸਟਮ ਦੇ ਅਕੋਰਡਿੰਗ ਆਪਾਂ ਨੂੰ ਪਲਾਂਟ ਕਿੰਗਡਮ ਪੜ੍ਹ ਰਹੇ ਹਾਂ ਉਹਦੇ ਵਿੱਚ ਵੀ ਕਲੈਮਾਡੋਮੋਨਾਸ ਅਤੇ ਸਪਾਇਰੋਗੈਰਾ ਜਿਹੜੇ ਇਕੱਠੇ ਪਏ ਹੋਏ ਆ. ਬਟ ਅੱਜ ਦੀ ਗੱਲ ਕਰੀਏ ਮਾਡਰਨ ਟੈਕਸੋਨੋਮੀ ਦੀ ਗੱਲ ਕਰੀਏ ਤਾਂ ਫਿਰ ਇਹ ਅਤੇ ਇਹ ਅਲੱਗ ਅਲੱਗ ਨੇ. ਪ੍ਰੋਟਿਸਟਾ ਹੈ ਅਤੇ ਇਹ ਕੀ ਆ ਅਲੱਗੇ ਆ. ਠੀਕ ਹੈ. ਗ੍ਰੀਨ ਅਲਗੇ ਆ. ਪ੍ਰੋਟਿਸਟਾ ਕੀ ਆ ਲਿੰਕਿੰਗ ਕਿੰਗਡਮ ਆ. ਉਹਦੀ ਬਾਊਂਡਰੀਜ਼ ਫਿਕਸ ਨਹੀਂ ਹੈਗੀਆਂ. ਉਹਦੇ ਵਿੱਚ ਕਾਫੀ ਤਰ੍ਹਾਂ ਦੇ ਆਰਗੈਨਿਜ਼ਮ ਇੱਦਾਂ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਕੀ ਐਨੀਮਲਸ ਬਾਰੇ ਕਰੈਕਟਰਸ ਦਿਖਦੇ ਨੇ. ਕਾਫੀ ਤਰ੍ਹਾਂ ਦੇ ਆਰਗੈਨਿਜ਼ਮਸ ਜਿਹੜੇ ਫੰਜਾਈ ਵਾਲੇ ਕਰੈਕਟਰਿਸਟਿਕ ਸ਼ੋ ਕਰਦੇ ਨੇ. ਬਹੁਤ ਸਾਰੇ ਆਰਗੈਨਿਜ਼ਮਸ ਜਿਹੜੇ ਜਿੱਦਾਂ ਕਲੈਮਾਡੋਮੋਨਾਸ ਹੀ ਹੋ ਗਿਆ ਆਰਟ ਸੈਲ ਉਹ ਕੀ ਆ ਪਲਾਂਟਸ ਦੇ ਕਰੈਕਟਰ ਸ਼ੋ ਕਰਦੇ ਨੇ. ਠੀਕ ਹੈ. ਯੂਨੀਸੈਲੂਲਰ ਅਤੇ ਮਲਟੀ ਸੈਲੂਲਰ ਆਰਗੈਨਿਜ਼ਮ ਨੂੰ ਇਕੱਠਾ ਪਾਤਾ ਜਿੱਦਾਂ ਕਿ ਕਲੈਮਾਡੋਮੋਨਾਸ ਅਤੇ ਸਪਾਇਰੋਗੈਰਾ ਨੂੰ ਅਲੱਗੇ ਦੇ ਅੰਦਰ ਪਾ ਦਿੱਤਾ ਗਿਆ ਸੀਗਾ. ਇਹਦਾ ਫਿਰ ਵੀ ਐਕਸੈਪਟੇਬਲ ਆ. ਉਹਨੇ ਸਿਆਨੋਬੈਕਟੀਰੀਆ ਬਲੂ ਗ੍ਰੀਨ ਐਲਗੇ ਨੂੰ ਵੀ ਅਲੱਗੇ ਦੇ ਅੰਡਰ ਹੀ ਪਾਇਆ ਹੋਇਆ ਸੀਗਾ. ਇਹ ਐਕਸੈਪਟੇਬਲ ਕਿਉਂ ਆ ਕਿਉਂਕਿ ਇਹ ਦੋਨੋਂ ਦੇ ਦੋਨੋਂ ਹੀ ਕੀ ਨੇ eukaryotic name. The classification did not differentiate between the heterotrophic group fungi and the autotrophic green plants, though they also showed a characteristic difference in the cell walls composition. ठीक है. ਪਹਿਲਾਂ ਆਪਾਂ ਨੇ ਦੇਖਿਆ ਪ੍ਰੋਕੈਰੀਓਟਿਕ ਤੇ ਯੂਕੈਰੀਓਟਿਕ ਨੂੰ ਇਕੱਠਾ ਪਾਤਾ ਫਿਰ ਯੂਨੀਸੈਲੂਲਰ ਤੇ ਮਲਟੀ ਸੈਲੂਲਰ ਨੂੰ ਇਕੱਠਾ ਪਾਤਾ ਤੇ ਹੈਟਰੋਟ੍ਰੋਫਿਕ ਤੇ ਆਟੋਟ੍ਰੋਫਿਕ ਨੂੰ ਵੀ ਹੈਟਰੋਟ੍ਰੋਫਿਕ ਫੰਜਾਈ ਐਂਡ ਆਟੋਟ੍ਰੋਫਿਕ ਪਲਾਂਟਸ ਨੂੰ ਇਕੱਠਾ ਪਾਤਾ. ਇੱਕ ਤਾਂ ਇਹਨਾਂ ਦੇ ਵਿੱਚ ਆਹ ਡਿਫਰੈਂਸ ਸੀਗਾ
ਕਿ ਫੰਜਾਈ ਜਿਹੜੇ ਸੀ ਉਹ ਹੈਟਰੋਟ੍ਰੋਫਿਕ ਸੀਗੇ ਅਤੇ ਜਿਹੜੇ ਪਲਾਂਟਸ ਸੀਗੇ ਉਹ ਆਟੋਟ੍ਰੋਫਿਕ ਸੀਗੇ। ਬਸ ਉਹਨੇ ਇੱਕ ਕਰੈਕਟਰਿਸਟਿਕ ਦੇਖੀ ਕਿ ਦੋਨਾਂ ਦੇ ਵਿੱਚ ਸੈੱਲ ਵਾਲ ਆ, ਪਰ ਇਹਨਾਂ ਦੀ ਸੈੱਲ ਵਾਲ ਕੰਪੋਜੀਸ਼ਨ ਵੀ ਅਲੱਗ-ਅਲੱਗ ਆ। ਜਿਹੜੇ ਫੰਜਾਈ ਨੇ ਉਹਨਾਂ ਦੀ ਸੈੱਲ ਵਾਲ ਕਾਹਦੀ ਬਣੀ ਹੁੰਦੀ ਹੈ, ਕਾਈਟਿਨ ਦੀ ਬਣੀ ਹੁੰਦੀ ਆ। ਐਂਡ ਜਿਹੜੇ ਐਨੀਮਲਸ ਨੇ ਉਹਨਾਂ ਦੀ ਸੈੱਲ ਵਾਲ ਕਾਹਦੀ ਬਣੀ ਹੁੰਦੀ ਹੈ, ਉਹਨਾਂ ਦੀ ਸੈੱਲ ਵਾਲ ਬਣੀ ਹੁੰਦੀ ਆ ਕਿ ਸੈਲੂਲੋਸ ਦੀ। ਮਤਲਬ ਇਹ ਬਹੁਤ ਜ਼ਿਆਦਾ ਡਿਫਰੈਂਸ ਕੀ ਆ ਆਪਦੀ ਸੈੱਲ ਵਾਲ ਕੰਪੋਜੀਸ਼ਨ ਦੇ ਵਿੱਚ ਵੀ ਸ਼ੋ ਕਰ ਰਹੇ ਨੇ। ਠੀਕ ਹੈ, ਉਹ ਕਰੈਕਟਰ ਦੇ ਵਿੱਚ ਵੀ ਸ਼ੋ ਕਰ ਰਹੇ ਨੇ ਬਹੁਤ ਸਾਰੇ ਵੇਰੀਏਸ਼ਨ ਡਿਫਰੈਂਸ ਸੌਰੀ। ਠੀਕ ਹੈ, ਜਿਸ ਕਰੈਕਟਰ ਦੇ ਬੇਸਿਸ ਦੇ ਉੱਪਰ ਇਹਨਾਂ ਨੂੰ ਇਕੱਠਾ ਪਾਇਆ ਗਿਆ ਹੈਗਾ। ਵੈਨ ਸੱਚ ਕਰੈਕਟਰਿਸਟਿਕਸ ਵਰ ਕੰਸੀਡਰ, ਜੋ ਆਪਾਂ ਇਹ ਸਾਰੇ ਕਰੈਕਟਰਿਸਟਿਕਸ ਕੰਸੀਡਰ ਕੀਤੇ ਆਟੋਟ੍ਰੋਫਿਕ ਹੈਟਰੋਟ੍ਰੋਫਿਕ ਨੂੰ ਇਕੱਠਾ ਪਾ ਜਾਣਾ, ਇਹ ਸਾਰੇ ਜਿਹੜੇ ਆਪਾਂ ਪਿੱਛੇ ਪੜੇ ਨੇ। ਠੀਕ ਹੈ, ਤੇ ਦੋਨਾਂ ਦੀ ਸੈੱਲ ਵਾਲ ਕੰਪੋਜੀਸ਼ਨ ਜਿਹੜੀ ਆ ਅੱਡਾ ਫੰਜਾਈ ਤੇ ਗ੍ਰੀਨ ਪਲਾਂਟਸ ਦੀ। ਐਂਡ ਫੰਜਾਈ ਹੈਟਰੋਟ੍ਰੋਫਿਕ ਨੇ ਤੇ ਜਿਹੜੇ ਪਲਾਂਟਸ ਨੇ ਉਹ ਕੀ ਨੇ, ਆਟੋਟ੍ਰੋਫਿਕ ਨੇ। ਤਾਂ ਆਪਾਂ ਨੇ ਕੀ ਆ ਫੰਜਾਈ ਨੂੰ ਕੀ ਹੈ ਇਸ ਕਿੰਗਡਮ ਤੋਂ ਅਲੱਗ ਕਰਤਾ, ਪਲਾਂਟ ਕਿੰਗਡਮ ਚੋਂ ਕੱਢ ਕੇ ਉਹਨੂੰ ਇੱਕ ਨਵਾਂ ਕਿੰਗਡਮ ਬਣਾਤਾ, ਕਿੰਗਡਮ ਫੰਜਾਈ। ਆਲ ਪ੍ਰੋਕੈਰੀਓਟਿਕ ਆਰਗੈਨਿਜ਼ਮਸ ਵਰ ਗਰੁੱਪਡ ਟੂਗੈਦਰ ਅੰਡਰ ਕਿੰਗਡਮ ਮੋਨੇਰਾ, ਤੇ ਸਾਰੇ ਪ੍ਰੋਕੈਰੀਓਟਿਕ ਆਰਗੈਨਿਜ਼ਮਸ ਨੂੰ ਆਪਾਂ ਮੋਨੇਰਾ ਕਿੰਗਡਮ ਦੇ ਵਿੱਚ ਪਾਤਾ। ਐਂਡ ਦੀ ਯੂਨੀਸੈਲੂਲਰ ਯੂਕੈਰੀਓਟਿਕ ਆਰਗੈਨਿਜ਼ਮਸ ਵਰ ਪਲੇਸਡ ਇਨ ਕਿੰਗਡਮ ਪ੍ਰੋਟਿਸਟਾ, ਤੇ ਜਿਹੜੇ ਸਾਰੇ ਦੇ ਸਾਰੇ ਯੂਨੀਸੈਲੂਲਰ ਯੂਕੈਰੀਓਟਿਕ ਆਰਗੈਨਿਜ਼ਮ ਸੀਗੇ ਉਹਨਾਂ ਨੂੰ ਪ੍ਰੋਟਿਸਟਾ ਕਿੰਗਡਮ ਦੇ ਵਿੱਚ ਪਾ ਦਿੱਤਾ ਗਿਆ। ਕਿੰਗਡਮ ਪ੍ਰੋਟਿਸਟਾ ਹੈਜ਼ ਬਰਾਊਡ ਟੂਗੈਦਰ, ਹੁਣ ਸਾਰੇ ਦੇ ਸਾਰੇ ਕੀ ਹੈ ਯੂਨੀਸੈਲੂਲਰ ਯੂਕੈਰੀਓਟਿਕ ਆਰਗੈਨਿਜ਼ਮਸ। ਠੀਕ ਹੈ, ਜਿਹੜੇ ਯੂਕੈਰੀਓਟਿਕ ਆਰਗੈਨਿਜ਼ਮਸ ਨੇ ਉਹ ਕੀ ਅਲੱਗ-ਅਲੱਗ ਕਰੈਕਟਰਿਸਟਿਕ ਸ਼ੋ ਕਰਦੇ ਨੇ। ਕੁਝ ਯੂਕੈਰੀਓਟਿਕ ਆਰਗੈਨਿਜ਼ਮਸ ਕੀ ਹੋ ਸਕਦੇ ਨੇ, ਹੈਟਰੋਟ੍ਰੋਫਿਕ ਹੋ ਸਕਦੇ ਨੇ, ਕੁਝ ਆਟੋਟ੍ਰੋਫਿਕ ਵੀ ਹੋ ਸਕਦੇ ਨੇ। ਠੀਕ ਹੈ, ਤਾਂ ਫਿਰ ਯੂਨੀਸੈਲੂਲਰ ਯੂਕੈਰੀਓਟਿਕ ਆਰਗੈਨਿਜ਼ਮ ਦੀ ਗੱਲ ਕਰੀਏ ਤਾਂ ਉਹ ਵੀ ਕੁਝ ਯੂਨੀਸੈਲੂਲਰ ਯੂਕੈਰੀਓਟਿਕ ਆਰਗੈਨਿਜ਼ਮ ਹੈਟਰੋਟ੍ਰੋਫਿਕ ਹੋ ਸਕਦੇ ਨੇ, ਕੁਝ ਆਟੋਟ੍ਰੋਫਿਕ ਹੋ ਸਕਦੇ ਨੇ, ਕੁਝ ਕੋਲ ਸੈਲੂਬਲ ਹੋ ਵੀ ਸਕਦੀ ਹੈ, ਕੁਝ ਕੋਲ ਨਹੀਂ ਵੀ ਹੋ ਸਕਦੀ, ਹੈ ਨਾ। ਤਾਂ ਕਰਕੇ ਜਿਹੜਾ ਕਿੰਗਡਮ ਪ੍ਰੋਟਿਸਟਾ ਦੀ ਬਾਉਂਡਰੀਜ਼ ਫਿਕਸ ਨਹੀਂ ਹੈਗੀਆਂ, ਉਹ ਸਾਰੇ ਜਿਹੜੇ ਯੂਕੈਰੀਓਟਿਕ ਕਿੰਗਡਮ ਨੇ ਉਹਨਾਂ ਨਾਲ ਕੁਛ ਨਾ ਕੁਛ ਕਰੈਕਟਰਿਸਟਿਕਸ ਸਿਮਿਲਰ ਸ਼ੋ ਕਰਦਾ ਹੈਗਾ। ਅਤੇ ਕਿੰਗਡਮ ਪ੍ਰੋਟਿਸਟਾ ਨੇ ਫਿਰ ਕੀ ਕੀਤਾ, ਉਹਦੇ ਵਿੱਚ ਕਲੈਮੀਡੋਮੋਨਾਸ ਅਤੇ ਕਲੋਰੈਲਾ ਜਿਹੜੇ ਸੀ ਉਹ ਪੈਰਾਮੀਸ਼ੀਅਮ ਅਤੇ ਅਮੀਬਾ ਨਾਲ ਇਕੱਠੇ ਪਾ ਦਿੱਤੇ ਗਏ। ਜਿਹੜੇ ਕਲੈਮੀਡੋਮੋਨਾਸ ਅਤੇ ਕਲੋਰੈਲਾ ਸੀਗੀ, ਠੀਕ ਹੈ, ਜਿਹੜਾ ਕਿੰਗਡਮ ਪ੍ਰੋਟਿਸਟਾ ਕੀ ਆ ਉਹਨੇ ਅਲੱਗ-ਅਲੱਗ ਮਤਲਬ ਡਿਫਰੈਂਟ ਕਿੰਗਡਮਸ ਤੋਂ ਆਰਗੈਨਿਜ਼ਮਸ ਇੱਕ ਕਿੰਗਡਮ ਦੇ ਵਿੱਚ ਯੂਨੀਫਾਈ ਕਰਤੀ। ਠੀਕ ਹੈ, ਮਤਲਬ ਜਿਹੜੇ ਆਰਗੈਨਿਜ਼ਮਸ ਨੂੰ ਪਹਿਲਾਂ ਅਲੱਗ-ਅਲੱਗ ਕਰ ਦਿੱਤਾ ਗਿਆ ਸੀ। ਠੀਕ ਹੈ, ਉਹਨਾਂ ਨੂੰ ਅਲੱਗ-ਅਲੱਗ ਕਿੰਗਡਮ ਦੇ ਕੁਝ ਨੂੰ ਪਲਾਂਟੇ ਦੇ ਵਿੱਚ ਪਾਇਆ ਹੋਇਆ ਸੀ ਅਤੇ ਕੁਝ ਨੂੰ ਐਨੀਮਲ ਦੇ ਵਿੱਚ ਪਾਏ ਸੀ। ਪਹਿਲਾਂ ਉਹ ਡਿਫਰੈਂਟ ਕਿੰਗਡਮ ਵਿੱਚ ਪ੍ਰੈਜ਼ੈਂਟ ਸੀਗੇ, ਉਹਦੇ ਬਾਅਦ ਉਹਨਾਂ ਨੂੰ ਕੀ ਇੱਕ ਇਕੱਠੇ ਸੇਮ ਕਿੰਗਡਮ ਦੇ ਵਿੱਚ ਪਾ ਦਿੱਤਾ ਗਿਆ। ਠੀਕ ਹੈ, ਜਿੱਦਾਂ ਕਿ ਕਲੈਮੀਡੋਮੋਨਾਸ ਅਤੇ ਕਲੋਰੈਲਾ ਇਹਨਾਂ ਕੋਲ ਸੈੱਲ ਵਾਲ ਹੁੰਦੀ ਆ ਐਂਡ ਇਹ ਪਲਾਂਟ ਕਿੰਗਡਮ ਦੇ ਵਿੱਚ ਪਾਏ ਹੋਏ ਸੀ। ਉਹਨਾਂ ਨੂੰ ਕੀ ਪੈਰਾਮੀਸ਼ੀਅਮ ਅਤੇ ਅਮੀਬਾ ਦੇ ਨਾਲ ਪਾ ਦਿੱਤਾ ਗਿਆ। ਠੀਕ ਹੈ, ਪੈਰਾਮੀਸ਼ੀਅਮ ਅਤੇ ਅਮੀਬਾ ਦੇ ਵਿੱਚ ਸੈੱਲ ਵਾਲ ਨਹੀਂ ਹੁੰਦੀ ਹੈਗੀ ਅਤੇ ਇਹਨਾਂ ਨੂੰ ਪਹਿਲਾਂ ਐਨੀਮਲ ਕਿੰਗਡਮ ਦੇ ਵਿੱਚ ਪਾਇਆ ਹੋਇਆ ਸੀਗਾ। ਮਤਲਬ ਵੱਖ-ਵੱਖ ਆਰਗੈਨਿਜ਼ਮਸ ਨੂੰ ਇਕੱਠਾ ਕਰ ਦਿੱਤਾ ਪ੍ਰੋਟਿਸਟਾ ਨੇ। It has put together organisms which in earlier classification were placed in different kingdoms। ਠੀਕ ਹੈ, ਇਹਨੇ ਉਹ organisms ਨੂੰ ਇਕੱਠਾ ਲਿਆਂਦਾ ਜਿਹੜੇ ਪਹਿਲਾਂ ਵਾਲੀ ਕਲਾਸੀਫਿਕੇਸ਼ਨ ਦੇ ਵਿੱਚ ਅਲੱਗ-ਅਲੱਗ ਕਿੰਗਡਮ ਦੇ ਵਿੱਚ ਪ੍ਰੈਜ਼ੈਂਟ ਸੀਗੇ। This happened because the criteria for classification changed। ਇਹ ਤਾਂ ਹੀ ਹੋਇਆ ਕਿਉਂਕਿ ਆਪਣਾ ਜਿਹੜਾ ਕਲਾਸੀਫਿਕੇਸ਼ਨ ਦਾ ਕ੍ਰਾਈਟੇਰੀਆ ਉਹ ਚੇਂਜ ਹੋ ਚੁੱਕਿਆ, ਆਪਣੀ ਜਿਹੜੀ ਅੰਡਰਸਟੈਂਡਿੰਗ ਕਲਾਸੀਫਿਕੇਸ਼ਨ ਦੀ ਉਹ ਚੇਂਜ ਹੋਈ ਆ। This kind of changes will take place in future too। ਅਤੇ ਇੱਦਾਂ ਦੀਆਂ ਚੇਂਜਿਸ ਜਿਹੜੀਆਂ ਨੇ ਉਹ ਭਵਿੱਖ ਦੇ ਵਿੱਚ ਵੀ ਹੋਣਗੀਆਂ ਆਪਣੀ ਅੰਡਰਸਟੈਂਡਿੰਗ ਦੇ ਵਿੱਚ ਇੰਪਰੂਵਮੈਂਟ ਹੋਣ ਦੇ ਬੇਸਿਸ 'ਤੇ। ਠੀਕ ਹੈ, ਜਿਵੇਂ ਜਿਵੇਂ ਆਪਣੀ ਇੰਪਰੂਵਮੈਂਟ ਹੋਈ ਜਾਊਗੀ ਉਵੇਂ ਜਿਹੜੇ ਚੇਂਜਿਸ ਨੇ ਉਹ ਹੁੰਦੇ ਰਹਿਣਗੇ। This kind of changes will take place in future too depending on improvement in our understanding of characteristics and evolutionary relationship। ਅਤੇ ਆਪਣੀ ਜਿਹੜੀ ਇੰਪਰੂਵਮੈਂਟ ਆਪਣੀ ਜਿਹੜੀ ਇੰਪਰੂਵਮੈਂਟ ਕਾਹਦੇ ਵਿੱਚ ਹੋ ਗਈ, ਡਿਫਰੈਂਟ ਆਰਗੈਨਿਜ਼ਮਸ ਦੀ ਕਰੈਕਟਰਿਸਟਿਕਸ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਇੰਪਰੂਵਮੈਂਟ ਹੋਊਗੀ ਅਤੇ ਉਹਨਾਂ ਦੇ ਵਿੱਚ ਐਵੋਲਿਊਸ਼ਨਰੀ ਰਿਲੇਸ਼ਨਸ਼ਿਪ ਦੇਖਾਂਗੇ, ਹੈ ਨਾ। ਜਿਵੇਂ ਆਪਾਂ ਹੋਰ ਆਰਗੈਨਿਜ਼ਮਸ ਦੇ ਆਪਾਂ ਨੂੰ ਐਵੋਲਿਊਸ਼ਨਰੀ ਰਿਲੇਸ਼ਨਸ਼ਿਪ ਮਿਲਦੇ ਰਹਿਣਗੇ, ਹੈ ਨਾ। ਆਪਾਂ ਨੂੰ ਇਹ ਚੀਜ਼ ਕਿਸੇ ਨਾ ਕਿਸੇ ਕੈਮੀਕਲ ਕੰਪੋਜੀਸ਼ਨਸ ਦੀ ਬੇਸਿਸ ਦੇ ਉੱਪਰ ਇਹ ਪਤਾ ਲੱਗਦਾ ਰਹੂਗਾ ਕਿ ਇਹ ਆਰਗੈਨਿਜ਼ਮ ਇੱਕ ਕਾਮਨ ਐਂਸੈਸਟਰ ਤੋਂ ਬਣੇ ਨੇ। ਠੀਕ ਹੈ, ਅਤੇ ਇਹ ਵਾਲੇ ਆਰਗੈਨਿਜ਼ਮ ਇੱਕ ਦਾ ਐਂਸੈਸਟਰ ਅਲੱਗ-ਅਲੱਗ ਹੈ। ਠੀਕ ਹੈ, ਤਾਂ ਉਸ ਬੇਸਿਸ ਦੇ ਉੱਪਰ ਇਹ ਇੰਪਰੂਵਮੈਂਟਸ ਹੁੰਦੀਆਂ ਰਹਿਣਗੀਆਂ। ਓਵਰ ਟਾਈਮ ਐਨ ਅਟੈਂਪਟ ਹੈਜ਼ ਬੀਨ ਮੇਡ ਟੂ ਇਵੋਲਵ ਅ ਕਲਾਸੀਫਿਕੇਸ਼ਨ ਸਿਸਟਮ which reflects not only the morphological, physiological and reproductive similarities but is also phylogenetic। that is it is based on ਐਵੋਲਿਊਸ਼ਨਰੀ ਰਿਲੇਸ਼ਨਸ਼ਿਪ। ਅਤੇ ਟਾਈਮ ਦੇ ਨਾਲ ਆਪਾਂ ਨੇ ਕੀ ਆ ਇੱਦਾਂ ਦੇ ਕਲਾਸੀਫਿਕੇਸ਼ਨ ਸਿਸਟਮ ਇਵੋਲਵ ਕਰਨ ਦੀ ਕੋਸ਼ਿਸ਼ ਕੀਤੀ ਆ। ਠੀਕ ਹੈ, ਜਿਹੜੇ ਕਿ ਸਿਰਫ ਮੋਰਫੋਲੋਜੀਕਲ, ਫਿਜ਼ੀਓਲੋਜੀਕਲ ਅਤੇ ਰਿਪਰੋਡਕਟਿਵ ਸਿਮਿਲੈਰਿਟੀਜ਼ ਹੀ ਨਾ ਦੇਖ ਜਾਣ, ਮਤਲਬ ਸਿਰਫ ਉਹਨਾਂ ਦੇ ਵਿੱਚ ਸਿਰਫ ਆਹੀ ਕਰੈਕਟਰਸ ਨਾ ਦੇਖੇ ਜਾਂਦੇ ਹੋਣ, ਬਟ ਕਿ ਫਾਈਲੋਜੈਨੇਟਿਕ ਜਾਂ ਫਿਰ ਆਪਾਂ ਕਹਿ ਸਕਦੇ ਐਵੋਲਿਊਸ਼ਨਰੀ ਰਿਲੇਸ਼ਨਸ਼ਿਪਸ ਨੂੰ ਵੀ ਕੰਸੀਡਰ ਕੀਤਾ ਜਾਂਦਾ ਹੋਵੇ। ਅਤੇ ਅੱਜ ਦੇ ਸਮੇਂ ਦੇ ਵਿੱਚ ਨਾ ਸਿਰਫ ਉਹੀ ਕਲਾਸੀਫਿਕੇਸ਼ਨ ਸਿਸਟਮਸ ਜੇ ਕੋਈ ਵੀ ਬਾਇਓਲੋਜਿਸਟ ਕੋਈ ਵੀ ਕਲਾਸੀਫਿਕੇਸ਼ਨ ਸਿਸਟਮ ਕਰਦੇ ਹੈ ਨਾ ਤਾਂ ਉਹੀ ਬਾਇਓਲੋਜਿਸਟ ਦੇ ਕਲਾਸੀਫਿਕੇਸ਼ਨ ਸਿਸਟਮ ਐਕਸੈਪਟੇਬਲ ਹੋਣਗੇ ਜਿਹੜੇ ਐਵੋਲਿਊਸ਼ਨਰੀ ਰਿਲੇਸ਼ਨਸ਼ਿਪਸ ਨੂੰ ਕੰਸੀਡਰ ਕਰਦੇ, ਜਿਹੜੇ ਐਵੋਲਿਊਸ਼ਨਰੀ ਰਿਲੇਸ਼ਨਸ਼ਿਪਸ ਦੇ ਉੱਪਰ ਬੇਸਡ ਹੋਣ। ਇਨ ਦਿਸ ਚੈਪਟਰ ਵੀ ਵਿਲ ਸਟੱਡੀ ਕਰੈਕਟਰਿਸਟਿਕਸ ਆਫ ਕਿੰਗਡਮ ਮੋਨੇਰਾ, ਪ੍ਰੋਟਿਸਟਾ ਐਂਡ ਫੰਜਾਈ। ਇਸ ਚੈਪਟਰ ਦੇ ਵਿੱਚ ਆਪਾਂ
ਮੋਨੈਰਾ, ਪਟੇਸ਼ਾ ਅਤੇ ਫੰਜਾਈ ਬਾਰੇ ਪੜ੍ਹਾਂਗੇ। ਐਂਡ ਚੈਪਟਰ 3 ਦੇ ਵਿੱਚ ਆਪਾਂ ਪਲਾਂਟ ਕਿੰਗਡਮ ਆਲਰੇਡੀ ਪੜ੍ਹ ਚੁੱਕੇ ਹਾਂ ਉਹ, ਅਤੇ ਚੈਪਟਰ 4 ਦੇ ਵਿੱਚ ਆਪਾਂ ਐਨੀਮਲ ਕਿੰਗਡਮ ਬਾਰੇ ਪੜ੍ਹਾਂਗੇ। ਸੋ ਕਿੰਗਡਮ ਮੋਨੈਰਾ ਦੀ ਨੈਕਸਟ ਵੀਡੀਓ ਆ ਗਈ। ਠੀਕ ਹੈ, ਥੈਂਕਸ ਫॉर वाचिंग।